ਜਿਹੜੇ ਬਹੁਤੇ ਫਾਹ ਹਨ ਗਲ ਵਿੱਚ ਪਏ ਹੋਏ, ਜਿਹੜੇ ਹਿੰਦ ਦੇ ਗਲ ਵਿੱਚ ਪਏ ਹੋਏ ਫਾਹ ਸਨ, ਇਸ ਪ੍ਰਕਾਰ ਤੁਰਕਾਂ ਦੀ ਗੁਲਾਮੀ ਦੇ ਉਹ ਸੱਚੇ ਪਾਤਸ਼ਾਹ ਜੀ ਨਾਸ਼ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ। ਤੁਰ ਕਿੰਦ ਉਡਿੰਦ ਤਨਿੰਦਤ ਨੇ। ਤੋ ਜਿਹੜਾ ਤੁਰਕਾਂ ਦਾ ਰਾਜ ਹੈ, ਤੁਰਕਿੰਦ, ਤੁਰਕਾਂ ਦਾ ਇੰਦ ਬਾਦਸ਼ਾਹ ਕੌਣ ਹੈ? ਨੌਰੰਗਾ। ਤੇ ਇਹ ਕਿਸ ਤਰ੍ਹਾਂ ਦਾ ਪ੍ਰਤਾਪ ਦਿਖਾ ਰਿਹਾ ਸੀ ਕਿ ਜ਼ੁਲਮ ਦੀ ਰਾਤ ਪਾ ਕਰਕੇ ਚੰਦਰਮਾ ਦੀ ਤਰ੍ਹਾਂ ਆਪਣਾ ਪ੍ਰਭਾਵ ਜਿਹੜਾ ਸੀ ਨਾ, ਪ੍ਰਤਾਪ ਦਿਖਾ ਰਿਹਾ ਸੀ। ਤੁਰਕਿੰਦ ਉਡਿੰਦ ਦਨਿੰਦਤ ਨੇ। ਉਡਿੰਦ ਉੱਡ ਇੰਦ, ਉੱਡ ਕਹਿੰਦੇ ਤਾਰਿਆਂ ਨੂੰ, ਇੰਦ ਕਹਿੰਦੇ ਚੰਦਰਮਾ ਨੂੰ। ਤਾਰਿਆਂ ਦਾ ਇੰਦ ਰਾਜਾ ਕੌਣ ਹੈ? ਚੰਦਰਮਾ। ਇਹ ਚੰਦਰਮਾ ਦੀ ਤਰ੍ਹਾਂ ਆਪਣਾ ਪ੍ਰਤਾਪ ਜਿਹੜਾ ਸੀ, ਪ੍ਰਭਾਵ ਪਾ ਰਿਹਾ ਸੀ ਤੁਰਕਾਂ ਦਾ ਬਾਦਸ਼ਾਹ ਨੌਰੰਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨੂੰ ਸੂਰਜ ਵਾਂਗ ਟੱਕਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਜਦੋਂ ਸੂਰਜ ਚੜ੍ਹਦਾ ਨਾ, ਕਿਧਰੇ ਹੀ ਚਲੇ ਜਾਂਦੇ ਤਾਰੇ, ਫਿਰ ਕਿਧਰੇ ਹੀ ਚਲੇ ਜਾਂਦਾ ਚੰਦਰਮਾ ਵੀ, ਹਨੇਰਾ ਵੀ ਸਾਰਾ ਹੀ ਅਲੋਪ ਹੋ ਜਾਂਦਾ ਹੈ। ਇਉਂ ਕਹਿੰਦੇ ਹਨ। ਫਿਰ ਪੜੋ। ਤੁਰਕਿੰਦ ਉਡਿੰਦ ਤਨਿੰਦਤ ਨੇ। ਜਿਹੜਾ ਤੁਰਕਿੰਦ, ਤੁਰਕਾਂ ਦਾ ਇੰਦ ਬਾਦਸ਼ਾਹ ਸੀਗਾ ਨੌਰੰਗਾ, ਜਿਹੜਾ ਜ਼ੁਲਮ ਦੀ ਰਾਤ ਪਾ ਕਰਕੇ ਚੰਦਰਮਾ ਦੀ ਤਰ੍ਹਾਂ ਆਪਣਾ ਪ੍ਰਤਾਪ ਜਿਹੜਾ ਸੀ ਦਿਖਾ ਰਿਹਾ ਸੀ। ਉਹਦੇ ਰਾਜ ਦੇ ਅੰਦਰ ਜਿਹੜੇ ਜ਼ੁਲਮੀ ਤੇ ਵਹਿਸ਼ੀ ਲੋਕ ਸਨ, ਉਹ ਤਾਰਿਆਂ ਦੀ ਤਰ੍ਹਾਂ ਆਪਣਾ ਪ੍ਰਭਾਵ ਦਿਖਾ ਰਹੇ ਸਨ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੋਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੂਰਜਵਤ ਪ੍ਰਕਾਸ਼ ਕਰ ਦਿੱਤਾ। ਇਉਂ ਉਹਦਾ ਰਾਜ ਨਾਸ਼ ਕਰ ਦਿੱਤਾ। ਆਪਣੇ ਪਰਿਵਾਰ ਦੀ ਕੁਰਬਾਨੀ ਦੇ ਕਰਕੇ ਸੱਚੇ ਪਾਤਸ਼ਾਹ ਨੇ 9 ਸਾਲ ਦੀ ਆਯੂ ਵਿੱਚ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸੀਸ ਦਾ ਬਲੀਦਾਨ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਦੇ ਅੰਦਰ ਸ਼ਹਾਦਤ ਦਿੱਤੀ। ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਸਰਹੰਦੀਆਂ ਨੀਹਾਂ ਵਿੱਚ ਚਿਣੇ ਗਏ। ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਨੇਤਰਾਂ ਦੇ ਸਾਹਮਣੇ ਲੜਦੇ ਹੋਏ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਏ। ਮਹਾਰਾਜ ਜੀ ਦੇ ਪੰਜੇ ਭੂਆ ਜੀ ਦੇ ਪੁੱਤਰ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ। ਆਪ ਜੀ ਦੇ ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ, ਉਹਨਾਂ ਨੂੰ ਵੀ ਫਰਖਸ਼ੀਰ ਬਾਦਸ਼ਾਹ ਨੇ 80 ਸਾਲ ਦੀ ਆਯੂ ਵਿੱਚ ਸ਼ਹੀਦ ਕੀਤਾ ਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹੋ ਜਿਹਾ ਕੁਰਬਾਨੀਆਂ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ, ਗਰੀਬ ਨਿਵਾਜ ਨੇ ਸਬਕ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਕੁਰਬਾਨੀਆਂ ਦਾ ਸਦਕਾ ਇਹ ਹਿੰਦੁਸਤਾਨ ਦੇ ਗਲੋਂ ਗੁਲਾਮੀ ਦਾ ਜੂਲਾ ਲੱਥ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜਿਹਾ ਗਰੀਬ ਨਿਵਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਤੁਰਕਾਂ ਦਾ ਜਿੰਨਾ ਪ੍ਰਤਾਪ ਸੀਗਾ ਸਾਰਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਸ਼ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਭੈ ਜਗ ਬਿੰਦੂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ ਐਸੇ ਕੁਰਬਾਨੀਆਂ ਦੇ ਮੁਜੱਸਮੇ ਕਿ ਸਾਰਾ ਜਗਤ ਹੀ ਬਿੰਦੂ ਜਾਣਦਾ ਹੈ। ਬਿੰਦ ਦਾ ਅਰਥ ਹੁੰਦਾ ਜਾਣਨਾ। ਸਾਰਾ ਜਗਤ ਹੀ ਜਾਣਦਾ ਹੈ। ਭਾਵੇਂ ਕਿ ਵੇਖੋ ਜਿਨ੍ਹਾਂ ਨੂੰ ਰਾਜ ਭਾਗ ਪ੍ਰਾਪਤ ਹੋਇਆ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਹੀ ਜਿਹੜੀਆਂ ਉਹ ਗਲਤ ਗੱਲਾਂ ਆਪਣੇ ਸਕੂਲਾਂ ਵਿੱਚ, ਕਾਲਜਾਂ ਵਿੱਚ ਪੜ੍ਹਾਉਂਦੇ ਆ, ਕਿਤਾਬਾਂ ਵਿੱਚ ਲਿਖਦੇ ਆ, ਉਹਦੇ ਉੱਤੇ ਕੋਈ ਕਿਸੇ ਪ੍ਰਕਾਰ ਜਿਹੜਾ ਉਹਨਾਂ ਨੂੰ ਦੱਸਿਆਂ ਤੇ ਵੀ ਅਸਰ ਨਹੀਂ ਪੈਂਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨਾ ਹੁੰਦੇ ਤਾਂ ਹਿੰਦੁਸਤਾਨ ਦੀ ਕੀ ਹਾਲਤ ਹੁੰਦੀ। ਇਹ ਕਵੀਰਾਜ ਕਹਿੰਦੇ ਹਨ, ਸਾਰਾ ਜਗਤ ਜਾਣਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਪਰਿਵਾਰ ਦਾ ਬਲੀਦਾਨ ਦੇ ਕਰਕੇ ਸੱਚੇ ਪਾਤਸ਼ਾਹ ਨੇ ਹਿੰਦ ਨੂੰ ਆਜ਼ਾਦ ਕੀਤਾ। ਸਦੀਆਂ ਤੋਂ ਪਿਆ ਹੋਇਆ ਗਲ ਵਿੱਚ ਗੁਲਾਮੀ ਦਾ ਜਿਹੜਾ ਜੂਲਾ ਸੀ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਲਾਹ ਦਿੱਤਾ। ਜੋ ਹਿੰਦੁਸਤਾਨ ਦੇ ਬਾਦਸ਼ਾਹ ਦਾ ਪ੍ਰਤਾਪ ਸੀ ਨੌਰੰਗੇ ਦਾ, ਉਹ ਸੱਚੇ ਪਾਤਸ਼ਾਹ ਨੇ ਇਉਂ ਨਾਸ਼ ਕਰ ਦਿੱਤਾ ਜਿਵੇਂ ਸੂਰਜ ਦੇ ਚੜ੍ਹਨ ਨਾਲ ਚੰਦਰਮਾ ਤੇ ਤਾਰਿਆਂ ਦਾ ਪ੍ਰਭਾਵ ਨਾਸ਼ ਹੋ ਜਾਂਦਾ ਹੈ। ਇਸ ਪ੍ਰਕਾਰ ਕਵੀਰਾਜ ਕਹਿੰਦੇ ਸਾਰਾ ਜਗਤ ਹੀ ਜਾਣਦਾ ਹੈ। ਸੁਰਪਿੰਦ ਗਿਰਿੰਦ ਖਗਿੰਦ ਤੁਲੰ। ਜਿਹੜੇ ਇਸ ਗਿਰਿੰਦ, ਗਿਰ ਕਹਿੰਦੇ ਪਹਾੜ ਨੂੰ, ਇੰਦ ਕਹਿੰਦੇ ਰਾਜਿਆਂ ਨੂੰ। ਪਹਾੜੀ ਰਾਜੇ ਕਿਹੋ ਜਿਹੇ ਸਨ? ਉਹ ਇਸ ਪ੍ਰਕਾਰ ਸਰਪਿੰਦ ਜਿਹੜਾ ਹੈ, ਸੱਪਾਂ ਦਾ ਰਾਜਾ ਇੰਦ ਕੌਣ ਹੈ? ਸ਼ੇਸ਼ਨਾਗ। ਸ਼ੇਸ਼ਨਾਗ ਵਾਂਗੂ ਆਪਣਾ ਪ੍ਰਤਾਪ ਜਿਹੜੇ ਸੀ ਉਹ ਦਿਖਾ ਰਹੇ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਪਹਾੜੀ ਰਾਜਿਆਂ ਨੂੰ ਖਗਿੰਦ ਤੁਲੰਗ, ਖਗਿੰਦ ਕਹਿੰਦੇ ਆ ਗਰੜ ਨੂੰ, ਗਰੜ ਦੇ ਤੁਲ ਹੋ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਟੱਕਰੇ। ਕਿਉਂਕਿ ਇਹ ਤੁਰਕ ਬਾਦਸ਼ਾਹ ਨੌਰੰਗੇ ਦੇ ਰਾਜ ਦੇ ਅੰਦਰ
ਇਹ ਪਹਾੜੀ ਰਾਜੇ ਵੀ ਗੁਲਾਮੀ ਸਹਿ ਸਹਿ ਕਰਕੇ ਇਹੋ ਜਿਹੇ ਸੱਪਾਂ ਵਰਗੇ ਜ਼ਹਿਰੀਲੇ ਹੋ ਗਏ ਸਨ ਕਿ ਆਪਣੇ ਪ੍ਰਜਾ ਨੂੰ ਬਹੁਤ ਜ਼ਿਆਦਾ ਦੁਖੀ ਕਰਦੇ ਸੀ, ਤੰਗ ਕਰਦੇ ਸਨ। ਇਹ ਆਪਣੀਆਂ ਧੀਆਂ ਦੇ ਡੋਲੇ ਦੇ ਦੇ ਕਰਕੇ ਨਰੰਗੇ ਕੋਲ ਇਵਜਾਨੇ ਵਜੋਂ ਰਾਜ ਭਾਗ ਪ੍ਰਾਪਤ ਕਰਦੇ ਸੀਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਦੀ ਜਿਹੜੀ ਵਹਿਸ਼ੀਪੁਣੇ ਦੀ ਜ਼ਹਿਰ ਸੀ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮਾਰਨਾ ਕੀਤੀ। ਜਿਵੇਂ ਗਰੁੜ ਜਿਹੜਾ ਹੈ ਉਹ ਸੱਪ ਦੀ ਜ਼ਹਿਰ ਨੂੰ ਨਾਸ਼ ਕਰ ਦਿੰਦਾ ਹੈ ਨਾ, ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਦੀ ਜ਼ਹਿਰ ਜਿਹੜੀ ਸੀ ਨਾ ਵਹਿਸ਼ੀਪੁਣੇ ਦੀ ਉਹ ਨਾਸ਼ ਕਰਨਾ ਕੀਤੀ। ਹਿੰਦ ਦੀ ਪ੍ਰਜਾ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਆਜ਼ਾਦੀ ਨਾਲ ਜਿਉਣ ਦੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਦਾਤ ਬਖਸ਼ਿਸ਼ ਕੀਤੀ। ਆਜ਼ਾਦ ਸਾਹ ਲੈਣ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਨਹੀਂ ਤਾਂ ਕਿੱਥੋਂ ਗੁਲਾਮੀ ਦੇ ਵਿੱਚ ਸਾਰੀਆਂ ਇਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਸੀ ਉਹ ਲੰਘ ਰਹੀਆਂ ਸੀਗੀਆਂ। ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕੀਤੀ ਹੈ। ਪਹਾੜੀ ਰਾਜੇ ਜਿਹੜੇ ਸੀਗੇ ਉਹ ਸ਼ੇਸ਼ ਨਾਗ ਦੀ ਤਰ੍ਹਾਂ ਆਪਣਾ ਪ੍ਰਤਾਪ ਦਿਖਾ ਰਹੇ ਸਨ। ਭੀਮ ਚੰਦ ਵਰਗੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਗਰੁੜ ਦੇ ਤੁਲ ਹੋ ਕਰਕੇ ਟੱਕਰੇ, ਇਹਨਾਂ ਦਾ ਪ੍ਰਤਾਪ ਛੀਨ ਕਰ ਦਿੱਤਾ, ਨਾਸ਼ ਕਰ ਦਿੱਤਾ। ਬਲਵੰਡ ਅਖੰਡ ਸੁਰਿੰਦਹ ਇੰਦੂ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਰਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਿਹੜਾ ਬਲਵ ਹੈ ਨਾ ਉਹ ਅਖੰਡ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸੁਰਿੰਦਹ ਇੰਦੂ, ਇੰਦਰ ਦੇ ਵੀ ਇੰਦਰ ਹਨ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਇੰਦਰ ਵਰਗੇ ਜਿਹੜੇ ਹਨ ਸਵਰਗ ਦੇ ਰਾਜੇ ਉਹ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਤੇ ਸਿਜਦਾ ਕਰਦੇ ਹੈ, ਨਮਸਕਾਰਾਂ ਕਰਦੇ ਹੈ। ਕਵੀ ਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਮ ਦਾ ਮੰਗਲਾ ਚਰਨ ਕੀਤਾ ਹੈ ਅਤੇ ਇਸ ਮੰਗਲਾ ਚਰਨ ਵਿੱਚ ਕਵੀ ਰਾਜ ਜੀ ਨੇ ਇਹ ਬੇਨਤੀ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਅਗਰ ਨਾ ਹੁੰਦੇ ਤਾਂ ਹਿੰਦੁਸਤਾਨ ਕਦਾ ਵੀ ਆਜ਼ਾਦ ਨਾ ਹੋ ਸਕਦਾ, ਕਦਾ ਵੀ ਹਿੰਦੁਸਤਾਨ ਦੇ ਅੰਦਰੋਂ ਗੁਲਾਮੀ ਜਿਹੜੀ ਸੀ ਉਹ ਨਾਸ਼ ਨਾ ਹੁੰਦੀ। ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕੀਤੀ। ਸੂਰਜਵਤ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪ੍ਰਤਾਪ ਦਾ ਪ੍ਰਕਾਸ਼ ਪਾ ਕਰਕੇ ਜਿਹੜੀ ਜ਼ੁਲਮ ਰਾਜ ਦੀ ਜਿਹੜੀ ਸੀ ਹਨੇਰੀ ਰਾਤ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਸ਼ ਕੀਤੀ। ਨਰੰਗਾ ਜਿਹੜਾ ਚੰਦਰਮਾ ਦੀ ਤਰ੍ਹਾਂ ਪ੍ਰਭਾਵ ਪਾ ਰਿਹਾ ਸੀ ਉਹਦੇ ਪ੍ਰਤਾਪ ਨੂੰ ਖੀਨ ਕਰ ਦਿੱਤਾ। ਜਿਹੜੇ ਵਹਿਸ਼ੀ ਤੇ ਕੁਕਰਮੀ ਲੋਕ ਤਾਰਿਆਂ ਦੀ ਨਿਆਈ ਟਿਮਾ ਰਹੇ ਸਨ ਉਹ ਵੀ ਸਾਰੇ ਮਹਾਰਾਜ ਜੀ ਨੇ ਖੀਨ ਕਰ ਦਿੱਤੇ, ਨਾਸ਼ ਕਰ ਦਿੱਤੇ। ਐਸਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਤਾਪ ਕਹਿੰਦੇ ਨੇ ਚੰਦਰਮਾ ਤੇ ਜਿਵੇਂ ਸੂਰਜ ਪ੍ਰਤਾਪੀ ਹੈ, ਤਾਰਿਆਂ ਤੇ ਹਨੇਰੇ ਤੇ ਜਿਵੇਂ ਸੂਰਜ ਪ੍ਰਤਾਪੀ ਹੈ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਤਾਪ ਇਹੋ ਜਿਹਾ ਹੈ ਕਹਿੰਦੇ ਜਿਵੇਂ ਪਹਾੜੀ ਰਾਜੇ ਭਾਵੇਂ ਸ਼ੇਸ਼ ਨਾਗ ਦੀ ਤਰ੍ਹਾਂ ਬੜੇ ਪ੍ਰਤਾਪੀ ਸਨ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਤਾਪ ਉਹਨਾਂ ਦੇ ਉੱਤੇ ਗਰੁੜ ਦੀ ਤਰ੍ਹਾਂ ਛਾ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸੀ ਬਖਸ਼ਿਸ਼ ਰਹਿਮਤ ਕੀਤੀ, ਉਹਨਾਂ ਦਾ ਵੀ ਸੱਚੇ ਪਾਤਸ਼ਾਹ ਨੇ ਗਰੂਰ ਨਾਸ਼ ਕਰ ਦਿੱਤਾ। ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਰਾਜਿਆਂ ਦੇ ਰਾਜੇ ਹਨ, ਰਾਜਨ ਕੇ ਰਾਜਾ ਮਹਾਰਾਜਨ ਕੇ ਰਾਜਾ। ਐਸਾ ਸਰੂਪ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ। ਕਬਿਤ ਕਾਂਤ ਕਲ ਤਾਲ ਮੈਂ ਪ੍ਰਫੁੱਲਤ ਵਿਸਾਲ ਦਲ। ਫਿਰ ਸੱਚੇ ਪਾਤਸ਼ਾਹ ਜੀ ਦੇ ਹੁਣ ਚਰਨਾਂ ਕਮਲਾਂ ਦਾ ਜਿਹੜਾ ਨਾ ਉਹ ਧਿਆਨ ਕਰਦੇ ਹੋਏ ਕਵੀ ਰਾਜ ਜੀ ਇਉਂ ਬੇਨਤੀਆਂ ਪੂਰਵਕ ਕਹਿੰਦੇ ਹਨ। ਕਾਂਤ ਕਲ ਤਾਲ ਮੈਂ ਪ੍ਰਫੁੱਲਤ ਵਿਸਾਲ ਦਲ। ਕਹਿੰਦੇ ਨੇ ਬਹੁਤਿਆਂ ਸੋਹਣਿਆਂ ਚੌੜਿਆਂ ਜਿਹੜੇ ਪੱਤਿਆਂ ਦੇ ਸਹਿਤ ਜਿਹੜਾ ਕਮਲ ਦਾ ਫੁੱਲ ਹੈ ਨਾ ਉਹ ਇਸ ਪ੍ਰਕਾਰ ਤਲਾਬ ਦੇ ਅੰਦਰ ਬਹੁਤ ਜ਼ਿਆਦਾ ਸ਼ੋਭਦਾ ਹੈ, ਸ਼ੋਭਾ ਪਾਉਂਦਾ ਹੈ, ਬੜੀ ਉਸ ਦੀ ਕ੍ਰਾਂਤੀ ਹੈ। ਇੱਥੇ ਹੁਣ ਪ੍ਰਮਾਣ ਰੱਖ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਉਪਮਾ ਕਰਦੇ ਹੈ। ਇਸੇ ਪ੍ਰਕਾਰ ਹੀ ਕਾਂਤ ਕਲ ਤਾਲ ਮੈਂ ਪ੍ਰਫੁੱਲਤ ਵਿਸਾਲ ਦਲ। ਜਿਹੜਾ ਇਸ ਪ੍ਰਕਾਰ ਜਿਹੜਾ ਇਹ ਕਾਲ ਜਿਹੜਾ ਕਲਯੁਗ ਦਾ ਜ਼ਮਾਨਾ ਹੈ ਨਾ ਇਹ ਤੇ ਤਲਾਬ ਦੀ ਨਿਆਈ ਹੈ। ਇਹ ਸੰਸਾਰ ਜਿਹੜਾ ਹੈ ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ਼ ਜੀ ਦੇ ਚਰਨ ਜੋ ਹਨ ਨਾ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਚਿੱਕੜ ਤੋਂ ਨਿਰਲੇਪ ਰਹਿੰਦਾ ਨਾ, ਇਵੇਂ ਕਲਯੁਗ ਦੇ ਪ੍ਰਭਾਵ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਸਦਾ ਹੀ ਨਿਰਲੇਪ ਨੇ ਗਰੀਬ ਨਵਾਜ਼ ਜੀ ਦੇ। ਤੇ ਐਸੀ ਕ੍ਰਾਂਤੀ ਸੋਭਾ ਹੋ ਰਹੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ। ਫਿਰ ਜਿਹੜਾ ਹੈ ਸੰਘਣੇ ਪੱਤਿਆਂ ਦੇ ਸਹਿਤ, ਪੰਖੜੀਆਂ ਦੇ ਸਹਿਤ ਜਿਹੜਾ ਹੈ ਫੁੱਲ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਫੌਜਾਂ ਦੇ ਸਹਿਤ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਕੋਲ ਤਿਆਰ ਪਰ ਤਿਆਰ ਘੋੜ ਸਵਾਰ ਸਿੰਘਾਂ ਦੀ ਫੌਜ ਜਿਹੜੀ ਹੈ
ਉਹ ਪੰਖੜੀਆਂ ਦੀ ਨਿਆਈ, ਉਹ ਬਹੁਤੇ ਸੰਘਣੇ ਪੱਤਿਆਂ ਦੀ ਨਿਆਈ ਕਵਿਰਾਜ ਜੀ ਦਰਸਾ ਰਹੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਸ ਕਲਯੁਗ ਦੇ ਜ਼ਮਾਨੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਕ੍ਰਾਂਤੀ ਸੋਭਾ ਪਾ ਰਹੀ ਹੈ। ਮ੍ਰਿਦੁਲ ਮ੍ਰਿਦੁਲ ਤੁਲ ਲਾਲ ਲਾਲ ਮਾਨੀਏ। ਫਿਰ ਕਹਿੰਦੇ ਜਿਹੜੀ ਕੋਮਲਤਾਈ ਹੈ ਨਾ, ਉਹ ਤਾਂ ਕੋਮਲਤਾਈ ਇੱਕੋ ਜੀ ਹੈ। ਕੋਮਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਹਨ, ਕੋਮਲ ਹੀ ਕਮਲ ਫੁੱਲ ਵੈ। ਫਿਰ ਕਹਿੰਦੇ ਲਾਲਤਾਈ ਵੀ ਬੜੀ ਸੁੰਦਰ ਵੈ ਨਾ, ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਵੀ ਬੜੇ ਲਾਲ ਸੁੰਦਰ ਹਨ। ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ। ਹੁਣ ਕਹਿੰਦੇ ਆ ਕਿ ਫਿਰ ਜਿਹੜਾ ਹੁੰਦਾ ਹੈ ਮਾਨ ਸਰੋਵਰ, ਕਮਲ ਫੁੱਲਾਂ ਵਾਲਾ ਤਲਾਬ, ਉੱਥੇ ਕਹਿੰਦੇ ਜਿਹੜੇ ਰਾਜ ਹੰਸ ਹੁੰਦੇ ਆ ਉਹ ਆ ਕਰਕੇ ਬੜੇ ਸੋਭਾ ਪਾਉਂਦੇ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹੁਣ ਕਮਲ ਫੁੱਲਾਂ ਦੇ ਤਲਾਬ ਦੀ ਨਿਆਈ ਕਵਿਰਾਜ ਜੀ ਕਹਿੰਦੇ ਹੋਏ ਇੱਕ ਇੱਕ ਪੰਕਤੀ ਵਿੱਚ ਪ੍ਰਕਰਨ ਬਦਲ ਦਿੰਦੇ ਆ। ਤਾਂ ਕਹਿੰਦੇ ਹਨ ਜਿਵੇਂ ਮਾਨ ਸਰੋਵਰ ਤੇ ਹੰਸ ਸੋਭਾ ਪਾਉਂਦੇ ਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰੂਪੀ ਮਾਨ ਸਰੋਵਰ ਦੇ ਉੱਤੇ ਕਹਿੰਦੇ ਜਿਹੜੇ ਸੰਤ ਮਹਾਤਮਾ ਹਨ ਇਹ ਹੰਸਾਂ ਦੀ ਨਿਆਈ ਸੋਭਾ ਪਾਉਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਪਵਿੱਤਰ ਸਥਾਨ ਹੈ ਗੁਰਦੁਆਰਾ ਤਾਰਾਗੜ੍ਹ ਸਾਹਿਬ, 5 ਕਿਲ੍ਹਿਆਂ ਵਿੱਚੋਂ ਇੱਕ ਕਿਲ੍ਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਤਿਹਾਸ ਪੜ੍ਹੀਏ ਤੇ ਇੱਥੇ ਸਤਿਗੁਰੂ ਜੀ ਪ੍ਰਸ਼ਾਦਾ ਲੈ ਕਰਕੇ ਉਹਨਾਂ ਸਿੰਘਾਂ ਲਈ ਆਪ ਜਾਇਆ ਕਰਦੇ ਜਿਹੜੇ ਸਤਿਗੁਰੂ ਜੀ ਦੇ ਸਿੱਖ ਬ੍ਰਹਮ ਗਿਆਨ ਵਿੱਚ ਸਥਿਤ ਰਹਿੰਦੇ, ਤੇ ਉਹਨਾਂ ਦੀ ਗਿਣਤੀ ਕਹੀ ਹੈ ਕਿ 500 ਬ੍ਰਹਮ ਗਿਆਨੀ ਉੱਥੇ ਰਿਹਾ ਕਰਦੇ ਸੀ, ਜਿਨ੍ਹਾਂ ਨੂੰ ਸਤਿਗੁਰੂ ਜੀ ਆਪ ਰੋਜ਼ ਮਿਲਣ ਜਾਇਆ ਕਰਦੇ, ਨਾਲ ਪ੍ਰਸ਼ਾਦਾ ਛਕਾ ਕੇ ਮਹਾਰਾਜ ਆਇਆ ਕਰਦੇ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਰੂਪੀ ਮਾਨ ਸਰੋਵਰ ਦੇ ਕੋਲ ਸੰਤ ਮਹਾਤਮਾ ਜਿਹੜੇ ਹੈ ਭਾਈ ਨੰਦ ਲਾਲ ਜੀ ਵਰਗੇ ਪੂਰਨ ਪੁਰਖ, ਜਿਨ੍ਹਾਂ ਨੂੰ ਸਤਿਗੁਰਾਂ ਜੀ ਨੇ ਇਹ ਦਾਤ ਦਿੱਤੀ ਹੈ, ਗਰੀਬ ਨਿਵਾਜ ਨੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ ਹੈ। ਭਾਈ ਦਇਆ ਸਿੰਘ ਜੀ ਪੰਜੇ ਹੀ ਮੁਕਤੇ, ਪੰਜੇ ਹੀ ਪਿਆਰੇ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਇਉਂ ਰਹਿੰਦੇ ਹੈ ਜਿਵੇਂ ਹੰਸ ਰਹਿੰਦੇ ਹਨ ਮਾਨ ਸਰੋਵਰ ਦੇ ਨੇੜੇ। ਫਿਰ ਪੜ੍ਹਦੇ ਹੋ ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ। ਰਾਜਤ ਜਿਹੜੇ ਫੱਬਦੇ ਹਨ, ਰਾਜ ਹੰਸ ਜਿਹੜੇ ਹੈ ਕਮਲ ਫੁੱਲਾਂ ਦੇ ਤਲਾਬ ਦੇ ਉੱਪਰ, ਇਉਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜੇ ਹੈ ਮਹਾਨ ਜਿਹੜੀ ਕਮਾਈ ਵਾਲੇ ਗੁਰਸਿੱਖ ਨਾਮ ਰਸੀਏ ਸੰਤ ਮਹਾਤਮਾ ਰੂਪੀ ਹੰਸ ਜਿਹੜੇ ਆ ਉਹ ਬੜੇ ਹੀ ਫੱਬਦੇ ਹਨ। ਪਾਸ ਹੈ ਪਰਾਗ ਦਿਨ ਰਹਿਣ ਮੈਂ ਸੁਹਾਨੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜੇ ਚਰਨ ਹਨ, ਉਹਨਾਂ ਚਰਨਾਂ ਦੀ ਜਿਹੜੀ ਧੂੜ ਵੈ, ਕਹਿੰਦੇ ਜਿਹੜਾ ਮਦੀਨ ਫੁੱਲ ਹੁੰਦਾ ਨਾ, ਇਸ ਪ੍ਰਕਾਰ ਨਰ ਫੁੱਲ ਹੁੰਦਾ ਹੈ, ਉਹਦੇ ਉੱਤੇ ਜਿਹੜਾ ਧੂੜਾ ਹੁੰਦਾ ਉਹਨੂੰ ਪਰਾਗ ਕਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਜਿਹੜੇ ਹਨ ਉਹਨਾਂ ਦੇ ਉੱਤੇ ਵੀ ਧੂੜ ਜਿਹੜੀ ਹੈ ਨਾ ਉਹ ਜੀਆਂ ਨੂੰ ਕਲਿਆਣ ਦੇ ਕਰਨ ਵਾਲੀ ਹੈ। ਸੱਚੇ ਪਾਤਸ਼ਾਹ ਸੇਵਕਾਂ ਦੇ ਕਾਰਜਾਂ ਨੂੰ ਰਾਤ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗਰੀਬ ਨਵਾਜ ਕਰਦੇ ਹੈ। ਕਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਿੱਖ ਭਾਈ ਜੋਗਾ ਜਿਹੜਾ ਹੁਸ਼ਿਆਰਪੁਰ ਦੇ ਅੰਦਰ ਵੇਸਵਾ ਦਾ ਹਾ ਭਾਵ ਵੇਖ ਕਰਕੇ ਉਹਦੇ ਦੁਆਰੇ ਤੇ ਚੜ੍ਹ ਚੱਲਿਆ ਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਪਹਿਰੇਦਾਰ ਰੂਪ ਹੋ ਕਰਕੇ ਆਪਣੇ ਸਿੱਖ ਦੀ ਰੱਖਿਆ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨਾਂ ਦੀ ਧੂੜ ਹੈ ਨਾ, ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਉਹ ਨਦਰੋ ਨਦਰ ਨਿਹਾਲ ਹੋ ਜਾਂਦੇ ਹੈ। ਜਿਵੇਂ ਭੌਰੇ ਆ ਕਰਕੇ ਉਸ ਧੂੜੇ ਨੂੰ ਪ੍ਰਾਪਤ ਕਰਦੇ ਆ ਨਾ, ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਧੂੜ ਨੂੰ ਪ੍ਰਾਪਤ ਕਰਦੇ ਆ ਪ੍ਰੇਮੀ ਗੁਰਸਿੱਖ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਪਈ ਹੋਈ ਧੂੜ ਜਿਹੜੀ ਹੈ ਸੇਵਕਾਂ ਦੇ ਕਾਰਜਾਂ ਨੂੰ ਕਰਨ ਵਾਸਤੇ, ਜੋ ਸਤਿਗੁਰੂ ਜੀ ਪਿਆਰਿਆਂ ਨੂੰ ਪਿਆਰ ਕਰਨ ਲਈ ਉਹਨਾਂ ਦੇ ਕਾਰਜ ਕਰਦੇ ਹੈ, ਉਹ ਪਈ ਹੋਈ ਧੂੜ ਕਵੀਰਾਜ ਕਹਿੰਦੇ ਬੜੀ ਫੱਬਦੀ ਹੈ, ਬੜੀ ਸੁੰਦਰ ਲੱਗਦੀ ਹੈ। ਇਸੇ ਪ੍ਰਕਾਰ ਹੀ ਪਾਸ ਹੈ ਪਰਾਗ ਦਿਨ ਰਹਿਣ ਮੈਂ ਸੁਹਾਨੀਏ। ਤੇ ਜਿਹੜਾ ਇਸ ਪ੍ਰਕਾਰ ਕਮਲ ਫੁੱਲ ਵੈ ਉਹ ਰਾਤ ਨੂੰ ਜਿਹੜਾ ਹੈ ਨਾ ਉਹ ਨਹੀਂ ਸੋਭਾ ਪਾਉਂਦਾ, ਦਿਨੇ ਹੀ ਖੜਾਬ ਦੇ ਸਹਿਤ ਰਹਿੰਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਐਸੇ ਨਹੀਂ ਹਨ ਕਿ ਰਾਤ ਨੂੰ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਦਾ ਪ੍ਰਤਾਪ ਘਟ ਜਾਂਦਾ, ਨਹੀਂ, ਰਾਤ ਦਿਨ ਹੀ ਸੱਚੇ ਪਾਤਸ਼ਾਹ ਦੇ ਚਰਨ ਜਿਹੜੇ ਆ ਸੋਭਾ ਪਾ ਰਹੇ ਹੈ, ਸੇਵਕਾਂ ਦੇ ਕਾਰਜਾਂ ਨੂੰ ਸਵਾਰ ਰਹੇ ਹੈ। ਉਹ ਜਿਹੜਾ ਦੇਵੀ ਦਾਸ ਪੰਡਤ ਸੀ ਭੀਮ ਚੰਦ ਰਾਜੇ ਦਾ ਭੇਜਿਆ ਹੋਇਆ ਦੂਤ, ਉਹ ਸੱਚੇ ਪਾਤਸ਼ਾਹ ਜੀ ਦੀ ਸੋਭਾ ਜਦੋਂ ਉਸਨੇ ਜਾ ਕਰਕੇ ਕੀਤੀ ਸੀ
ਤੇ ਕਹਿੰਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਹੁਣ ਦੇਵੀ ਦਾਸ ਦੀਆਂ ਅੱਖਾਂ ਜਦੋਂ ਕੱਢਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰ ਲਿਆ ਸੀ ਉਹ ਦੇਵੀ ਦਾਸ ਨੇ। ਜਦੋਂ ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ ਤੇ ਦੇਵੀ ਦਾਸ ਦੀਆਂ ਅੱਖਾਂ ਵਿੱਚ ਸਲਾਖਾਂ ਮਾਰਨ ਦਾ ਹੁਕਮ ਸੀਗਾ, ਤੇ ਜਦੋਂ ਸਲਾਖਾਂ ਮਾਰ ਕੇ ਉਹਨੂੰ ਪਹਾੜੀ ਤੋਂ ਰੇੜ ਦਿੱਤਾ ਤੇ ਦੇਵੀ ਦਾਸ ਨੂੰ ਜਦੋਂ ਹੋਸ਼ ਆਈ, ਵੇਖਦਾ ਅੱਖਾਂ ਦਾ ਸਲਾਮਤ ਵੈ। ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰ ਲਿਆ ਸੀ ਜਦੋਂ ਸਲਾਖਾਂ ਵੱਜਣ ਲੱਗੀਆਂ ਸਨ ਤੇ ਸ੍ਰੀ ਆਨੰਦਪੁਰ ਸਾਹਿਬ ਆ ਗਿਆ। ਜਦੋਂ ਆਏ ਨੂੰ ਪਤਾ ਲੱਗਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹ ਸਲਾਖਾਂ ਆਪਣੇ ਚਰਨਾਂ ਤੇ ਸਤਿਗੁਰਾਂ ਜੀ ਨੇ ਬਰਦਾਸ਼ਤ ਕਰ ਲਈਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਆਪਦੇ ਚਰਨਾਂ ਤੇ ਪੱਟੀਆਂ ਕਿਉਂ ਵੱਜੀਆਂ ਹੋਈਆਂ? ਹਜੂਰ ਕਹਿੰਦੇ, ਦੇਵੀ ਦਾਸ ਜਦੋਂ ਤੇਰੇ ਸਲਾਖਾਂ ਵੱਜਣ ਲੱਗੀਆਂ ਸੀ ਉਦੋਂ ਤੂੰ ਸਾਡੇ ਚਰਨਾਂ ਦਾ ਧਿਆਨ ਕਰ ਲਿਆ ਸੀ। ਐਸੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਚਰਨ ਹਨ, ਰਾਤ ਦਿਨ ਹੀ ਸੇਵਕਾਂ ਨੂੰ ਆਨੰਦ ਦਿੰਦੇ ਐ, ਸੋਭਾ ਪਾਉਂਦੇ ਹਨ। ਸਤਿਗੁਰੂ ਜੀ ਦੇ ਚਰਨਾਂ ਤੇ ਪਈ ਹੋਈ ਧੂੜ ਜੀਆਂ ਦੇ ਕਲਿਆਣਕਾਰੀ ਐ, ਦੇਵੀ ਦੇਵਤੇ ਲੋਚਦੇ ਹਨ। ਬੜੇ ਬਲੀ ਪ੍ਰਤਾਪੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜ ਨੂੰ ਲੋਚਦੇ ਹਨ। ਸ਼੍ਰੀ ਮੁਖ ਸਿੱਖ ਮਨ ਸੌਰਭ ਆਨੰਦ ਹੇਤ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਪ੍ਰਕਾਰ ਕੋਲ ਜਿਹੜੇ ਸਿੱਖ ਹਨ, ਇੱਥੇ ਕਵੀਰਾਜ ਹੁਣ ਫਿਰ ਦ੍ਰਿਸ਼ਟਾਂਤ ਦਿੰਦੇ ਐ, ਕਹਿੰਦੇ ਜਿਹੜੇ ਇਸ ਪ੍ਰਕਾਰ ਫਿਰ ਪੜ੍ਹਦੇ ਹੋ। ਸ਼੍ਰੀ ਮੁਖ ਸਿੱਖ ਮਨ ਸੌਰਭ ਆਨੰਦ ਹੇਤ। ਕਹਿੰਦੇ ਆ ਜਿਵੇਂ ਸੌਰਭ ਖੁਸ਼ਬੂ ਦੇ ਵਾਸਤੇ ਸ਼੍ਰੀ ਮੁਖ ਜਿਹੜੇ ਭੌਰੇ ਐ ਉਹ ਆ ਕਰਕੇ ਫੁੱਲ ਦੇ ਉੱਤੇ ਮੰਡਰਾਉਂਦੇ ਆ ਨਾ, ਤੇ ਉਹ ਖੁਸ਼ਬੂ ਜਿਹੜੀ ਐ ਉਹਨਾਂ ਨੂੰ ਖਿੱਚ ਪਾਉਂਦੀ ਐ ਤੇ ਆ ਕਰਕੇ ਫਿਰ ਭੌਰੇ ਜਿਹੜੇ ਆ ਕਮਲ ਫੁੱਲ ਦੇ ਉੱਤੇ ਬੈਠਦੇ ਐ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਜਿਹੜੇ ਭੌਰੇ ਹਨ ਉਹ ਪ੍ਰੇਮੀ ਸਿੱਖ ਹਨ। ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦੇ ਹਾਂ ਜੋ ਭਾਈ ਨੰਦ ਲਾਲ ਜੀ ਨੇ ਕੈਸੀ ਪ੍ਰੀਤ ਦਾ ਪ੍ਰਗਟਾਵਾ ਕੀਤਾ ਹੈ। ਉਹ ਮਹਾਰਾਜ ਦੇ ਚਰਨਾਂ ਦੇ ਭੌਰੇ ਨੇ ਭਾਈ ਨੰਦ ਲਾਲ ਜੀ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਵਿੱਚੋਂ ਭਗਤੀ ਦੀ ਖੁਸ਼ਬੂ ਪ੍ਰਾਪਤ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਦੇ ਕੋਲੋਂ ਮਕਰੰਦ ਰਸ ਨਾਮ ਦਾ ਰਸ ਜਿਹੜਾ ਹੈ ਉਹ ਪ੍ਰਾਪਤ ਹੋ ਰਿਹਾ ਹੈ। ਇਸੇ ਪ੍ਰਕਾਰ ਹੀ ਸ਼੍ਰੀ ਮੁਖ ਸਿੱਖ ਮਨ ਸੌਰਭ ਆਨੰਦ ਹੇਤ। ਜਿਹੜੇ ਸਿੱਖਾਂ ਦਾ ਮਨ ਹੈ ਉਹ ਤਾਂ ਸ਼੍ਰੀ ਮੁਖ ਭੌਰੇ ਦੀ ਨੇ ਆਈ ਹੈ। ਸੌਰਭ ਖੁਸ਼ਬੂ ਦੇ ਆਨੰਦ ਵਾਸਤੇ, ਭਾਵ ਆਤਮਿਕ ਸੁੱਖ ਦੇ ਆਨੰਦ ਵਾਸਤੇ। ਛੋਰਤ ਨਾ ਆਸ ਪਾਸ ਸਦਾ ਸੋ ਪਰਮਾਨੀਏ। ਤੇ ਛੱਡਦੇ ਨਹੀਂ, ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਹੀ ਰਹਿੰਦੇ ਐ, ਸਦਾ ਹੀ ਜਿਵੇਂ ਭੌਰੇ ਭਰਮਦੇ ਰਹਿੰਦੇ ਆ ਨਾ, ਉੱਤੇ ਗੁੰਜਾਟ ਪਾਉਂਦੇ ਰਹਿੰਦੇ ਐ। ਇਵੇਂ ਪ੍ਰੇਮੀ ਸਿੱਖ ਜਿਹੜੇ ਆ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਹੀ ਰਹਿੰਦੇ ਹਰ ਵੇਲੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਦੇ ਮਹਿਲਾਂ ਚੋਂ ਨਿਕਲਦੇ ਐ, ਇਤਿਹਾਸ ਜ਼ਿਕਰ ਕਰਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਨੱਧ-ਬੱਧ ਤਿਆਰ ਪਰ ਤਿਆਰ ਹੋ ਕਰਕੇ ਜਦੋਂ ਸੱਚੇ ਪਾਤਸ਼ਾਹ ਜੀ ਦਰਵਾਜ਼ੇ ਤੋਂ ਬਾਹਰ ਆਉਂਦੇ ਐ, ਕਿੰਨੇ ਹਜੂਰੀ ਸਿੰਘ ਮਹਾਰਾਜ ਨਾਲ ਹੁੰਦੇ ਐ। ਬਾਹਰ ਸੰਗਤ ਦਾ ਵੱਡਾ ਇਕੱਠ ਹੁੰਦਾ ਸਤਿਗੁਰੂ ਜੀ ਦੀ ਇੱਕ ਝਲਕ ਪਾਉਣ ਲਈ। ਬੜੇ ਬੜੇ ਰਾਜੇ ਮਹਾਰਾਜੇ ਸਤਿਗੁਰੂ ਜੀ ਦੇ ਦੁਆਰੇ ਤੇ ਖਲੋਤੇ ਰਹਿੰਦੇ ਐ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਅਸਵਾਰੀ ਨਿਕਲਦੀ ਹੈ, ਹਜੂਰ ਦਾ ਦਰਸ਼ਨ ਪਾ ਕਰਕੇ ਨਿਹਾਲ ਹੋ ਜਾਂਦੇ ਐ। ਇਉਂ ਕਵੀਰਾਜ ਕਹਿੰਦੇ ਜਿਵੇਂ ਭੌਰੇ ਮੰਡਰਾਉਂਦੇ ਆ ਨਾ, ਆਸ-ਪਾਸ ਰਹਿੰਦੇ ਐ, ਇਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਪ੍ਰੇਮੀ ਗੁਰਸਿੱਖ ਜਿਹੜੇ ਆ ਸਦਾ ਹੀ ਰਹਿੰਦੇ ਹਨ। ਮਹਾਰਾਜ ਜੀ ਦਾ ਜਿਹੜਾ ਪਾਸਾ ਨਹੀਂ ਛੱਡਦੇ, ਹਜੂਰ ਦੇ ਕੋਲ ਹੀ ਰਹਿੰਦੇ ਹਨ। ਉਦਕ ਕਰਮ ਛੋਏ ਸਕੈ ਨ ਭਰਮ ਮਲ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਜਿਹੜੇ ਆ ਉਹ ਇਹੋ ਜਿਹੇ ਹਨ। ਉਦਕ ਕਰਮ ਛੋਏ ਸਕੈ ਨ ਭਰਮ ਮਲ। ਜੋ ਕਮਲ ਦਾ ਫੁੱਲ ਹੁੰਦਾ ਉਹਨੂੰ ਚਿੱਕੜ ਨਹੀਂ ਛੋਹ ਸਕਦਾ, ਪਾਣੀ ਨਹੀਂ ਛੋਹ ਸਕਦਾ, ਪਾਣੀ ਤੋਂ ਤੇ ਚਿੱਕੜ ਤੋਂ ਨਿਰਲੇਪ ਰਹਿੰਦੇ ਐ। ਇਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਪਵਿੱਤਰ ਸਰੂਪ ਹੈ, ਹਜੂਰ ਦੇ ਜੋ ਪਵਿੱਤਰ ਚਰਨ ਹਨ ਨਾ, ਇਹ ਕਰਮਾਂ ਰੂਪੀ ਪਾਣੀ ਤੋਂ ਨਿਰਲੇਪ ਹਨ ਤੇ ਭਰਮ ਦੇ ਸੱਚੇ ਪਾਤਸ਼ਾਹ ਜੀ ਚਿੱਕੜ ਤੋਂ ਨਿਰਲੇਪ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਤਾਂ ਆਪਣੇ ਖਾਲਸੇ ਨੂੰ ਇਹ ਬਖਸ਼ਿਸ਼ ਕੀਤੀ ਹੈ, ਜਾ ਕੇ ਹਿਰਦੈ ਭਰਮ ਨਾ ਹੋਈ, ਰਹਿਤਵੰਦ ਹੈ ਖਾਲਸ ਸੋਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹਦੇ ਹਿਰਦੇ 'ਚ ਭਰਮ ਨਹੀਂ ਹੁੰਦਾ ਉਹ ਹੀ ਅਸਲੀ ਖਾਲਸਾ ਹੈ। ਐਸਾ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਪਵਿੱਤਰ ਸਰੂਪ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਾਰਿਆਂ ਹੀ ਕਰਮਾਂ ਤੋਂ ਉੱਪਰ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਭਰਮ ਦਾ ਜਿਹੜਾ ਜਾਲ ਹੈ ਉਹ ਸੱਚੇ ਪਾਤਸ਼ਾਹ ਜੀ ਦੇ ਕੋਲ ਨਹੀਂ ਹੈ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭ ਭਰਮਾਂ ਦੇ ਜਾਲ ਨੂੰ ਕੱਟ ਦੇਣ ਵਾਲੇ ਐ। ਐਸੋ ਸ੍ਰੀ ਗੋਬਿੰਦ ਸਿੰਘ ਪਦ ਕੰਜ ਜਾਨੀਏ। ਐਸੇ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲ। ਕਵੀਰਾਜ ਕਹਿੰਦੇ ਜਾਣਨਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਕਮਲ ਫੁੱਲ ਦੇ ਇਉਂ ਨਾਲ ਦ੍ਰਿਸ਼ਟਾਨ ਦੇ ਕਰਕੇ ਫਿਰ ਦੱਸਿਆ ਹੈ ਕਿ ਸੱਚੇ ਪਾਤਸ਼ਾਹ ਦੇ ਚਰਨ ਕਮਲ ਐਸੇ ਹੈ, ਕਮਲ ਫੁੱਲ ਐਸਾ ਹੈ, ਭਾਵ ਉਹਦੀ ਨਿਊਣਤਾ ਹੀ ਦਿਖਾਉਂਦੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਜਿਹੜੇ ਹਨ ਉਹ ਕਮਲ ਫੁੱਲ ਤੋਂ ਕਹਿੰਦੇ ਉੱਤਮ ਹੈ। ਮਹਾਰਾਜ ਜੀ ਦੇ ਚਰਨਾਂ ਦੀ ਬਰਾਬਰਤਾ ਕਮਲ ਫੁੱਲ ਨਹੀਂ ਕਰ ਸਕਦਾ। ਜੇ ਕਿਸੇ ਗੁਣ ਵਿੱਚ ਕਰਦਾ ਹੈ ਤਾਂ ਉਹਨਾਂ ਕਿਹਾ ਹੈ ਕਿ ਉਹ ਕੋਮਲ ਹੈ ਕਮਲ ਫੁੱਲ। ਸਤਿਗੁਰੂ ਜੀ ਦੇ ਚਰਨ ਵੀ ਬੜੇ ਕੋਮਲ ਹਨ। ਕੋਮਲ ਤੋਂ ਭਾਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਿਰਦਾ ਇੰਨਾ ਮਹਾਰਾਜ ਸਾਹਿਬ ਜੀ ਦਾ ਕੋਮਲ ਹੈ। ਸਤਿਗੁਰੂ ਕਿਸੇ ਦਾ ਦੁੱਖ ਨਹੀਂ ਵੇਖ ਕੇ ਮਹਾਰਾਜ ਸਾਹਿਬ ਜੀ ਤੋਂ ਜਰਿਆ ਜਾਂਦਾ। ਉਸੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਦੁਖੀ ਦਾ ਦੁੱਖ ਦੂਰ ਕਰ ਦਿੰਦੇ ਆ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਕਹਿੰਦੇ ਆ ਕਿ ਜਿਹੋ ਜੀ ਲਾਲਗੀ ਕਮਲ ਫੁੱਲ ਦੀ ਹੈ ਉਹੋ ਜੇ ਲਾਲਗੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਲਾਲਗੀ ਤੋਂ ਭਾਵ ਹੈ ਸਤਿਗੁਰੂ ਜੀ ਦਾ ਸਰੂਪ ਵੀਰ ਰਸੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਕਾਇਰਤਾ ਨੂੰ ਨਾਸ਼ ਕਰਕੇ ਆਪਣੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀਰ ਰਸੀ ਸਰੂਪ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ। ਐਸੇ ਹਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਚਰਨ ਕਮਲ। ਸਵਈਆ ਗੋਬਿੰਦ ਸਿੰਘ ਗੁਰੂ ਗਤ ਦਾਇਕ। ਹੁਣ ਇਸ ਸਵਈਏ ਦੇ ਅੰਦਰ ਕਵੀਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਹੈ। ਤੇ ਇਸ ਸਵਈਏ ਤੋਂ ਜਦੋਂ ਕਵੀਰਾਜ ਜੀ ਦੇ ਜੀਵਨ ਬਾਬਤ ਆਪਾਂ ਵਿਚਾਰਾ ਕਰ ਰਹੇ ਸਾਂ ਉਦੋਂ ਬੇਨਤੀ ਕੀਤੀ ਸੀ ਕਿ ਇਸ ਸਵਈਏ ਤੋਂ ਪ੍ਰਤੀਤ ਹੁੰਦਾ ਏ ਕਿ ਕਵੀਰਾਜ ਜੀ ਦੇ ਇਸ਼ਟ ਦੇਵ ਕੌਣ ਹਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਵੀਰਾਜ ਆਪਣਾ ਇਸ਼ਟ ਦੇਵ ਮੰਨਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ। ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਹਨ। ਗੋਬਿੰਦ ਸਿੰਘ ਗੁਰੂ ਗਤ ਦਾਇਕ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਗਤ ਦਾਇਕ ਮੁਕਤੀ ਦੇ ਦੇਣ ਵਾਲੇ ਹੋ। ਆਨ ਕੀ ਆਸ ਨਹੀਂ ਮਨ ਰਾਈ। ਇਹ ਪੰਕਤੀ ਹੁਣ ਸਿੱਧ ਕਰਦੀ ਹੈ ਕਿ ਕਵੀਰਾਜ ਨੂੰ ਹੋਰ ਕਿਸੇ ਦੀ ਆਸ ਨਹੀਂ। ਆਨ ਕੀ ਆਸ ਨਹੀਂ ਮਨ ਰਾਈ। ਆਨ ਹੋਰ ਦੀ ਕਹਿੰਦੇ ਰਾਈ ਮਾਤਰ ਵੀ ਮੈਨੂੰ ਕੋਈ ਆਸ ਨਹੀਂ। ਮੇਰੇ ਇਸ਼ਟ ਦੇਵ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ। ਇਸ ਕਰਕੇ ਭੁਲੇਖਾ ਨਹੀਂ ਪਈ ਸਰੋਤਿਆਂ ਨੂੰ ਖਾਣਾ ਚਾਹੀਦਾ ਜਾਂ ਪਾਠਕ ਨੂੰ ਪੜ੍ਹਨ ਵਾਲੇ ਨੂੰ, ਕਿਉਂਕਿ ਕਵੀਰਾਜ ਜੀ ਨੇ ਬਹੁਤ ਦ੍ਰਿਸ਼ਟਾਂਤ ਤੇ ਪ੍ਰਮਾਣ ਦੇ ਕਰਕੇ ਸਤਿਗੁਰਾਂ ਜੀ ਦੀ ਉਪਮਾ ਕੀਤੀ ਹੈ। ਇਸ ਪ੍ਰਕਾਰ ਕਵੀਰਾਜ ਹੁਣ ਇਹ ਸਪਸ਼ਟ ਕਹਿ ਰਹੇ ਆ ਕਿ ਆਨ ਕੀ ਆਸ ਨਹੀਂ ਮਨ ਰਾਈ। ਹੋਰ ਕਿਸੇ ਦੀ ਆਸਾ ਸਾਡੇ ਮਨ ਵਿੱਚ ਰਾਈ ਮਾਤਰ ਵੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੁਕਤੀ ਦਾਤਾ ਸਤਿਗੁਰੂ ਆਪ ਜੀ ਦੀ ਹੀ ਸਾਨੂੰ ਆਸ ਹੈ। ਚਾਤ੍ਰਿਕ ਚੀਤ ਮੁਹੂਰ ਮੁਹੂਰਟ। ਜਿਵੇਂ ਚਾਤ੍ਰਿਕ ਜਿਹੜਾ ਬਬੀਹਾ ਹੈ ਨਾ ਉਹ ਸਵੰਤੀ ਬੂੰਦ ਵਾਸਤੇ ਬਾਰ-ਬਾਰ ਜਿਹੜਾ ਹੈ ਨਾ ਉਹ ਰੱਟ ਲਾਉਂਦਾ ਹੈ, ਪ੍ਰਯੋ ਕਰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮੇਰਾ ਜਿਹੜਾ ਚਿੱਤ ਰੂਪੀ ਬਬੀਹਾ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਮੋਹ ਬਾਰ-ਬਾਰ ਸੱਚੇ ਪਾਤਸ਼ਾਹ ਇੱਕੋ ਹੀ ਰੱਟ ਲਾ ਰਿਹਾ ਏ। ਸਵਾਂਤ ਦਿਦਾਰ ਕਬੈ ਇਹ ਪਾਈ। ਕਿ ਆਪ ਜੀ ਦੇ ਦਰਸ਼ਨਾ ਰੂਪੀ ਸਵਾਂਤੀ ਬੂੰਦ ਕਦੋਂ ਇਹ ਮੇਰਾ ਚਿੱਤ ਰੂਪੀ ਬਬੀਹਾ ਪਾਵੇਗਾ। ਕਿਉਂਕਿ ਬਬੀਹੇ ਨੂੰ ਜਿਹੜਾ ਨਾ ਭਾਵੇਂ ਜਿੰਨਾ ਮਰਜ਼ੀ ਇਹ ਸਮੁੰਦਰ ਭਰੇ ਆ, ਦਰਿਆ ਵਗਦੇ ਆ, ਉਹਦੇ ਵਾਸਤੇ ਕੁਛ ਨਹੀਂ, ਕਿਉਂਕਿ ਉਹਦੀ ਪਿਆਸ ਨਹੀਂ ਬੁਝਾ ਸਕਦੇ ਨਾ। ਬਹੁਤ ਸੰਸਾਰ ਦੇ ਅੰਦਰ ਹੋਰ ਵੀ ਅਵਤਾਰ ਨੇ, ਰਿਖੀ ਮੁਨੀ ਹਨ ਭਾਵੇਂ ਬੜੇ ਪ੍ਰਤਾਪੀ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਵੀਰਾਜ ਕਹਿੰਦੇ ਸਵਾਂਤੀ ਬੂੰਦ ਵਾਂਗੂ ਹੈ, ਸੇਵਕ ਨੂੰ ਸੁਖ ਪਾਉਣ ਵਾਲਾ। ਜਿਵੇਂ ਸਵਾਂਤੀ ਬੂੰਦ ਆਕਾਸ਼ ਚੋਂ ਵਰਦੀ ਹੈ ਨਾ ਤੇ ਫਿਰ ਬਬੀਹੇ ਦੇ ਗਲੇ ਚੋਂ ਉਤਰਦੀ ਹੈ ਜਦੋਂ, ਤੇ ਬਬੀਹਾ ਪੀ ਕਰਕੇ ਫਿਰ ਸ਼ਾਂਤ ਹੋ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਇਵੇਂ ਸੱਚੇ ਪਾਤਸ਼ਾਹ ਮਹਾਰਾਜ ਹੋਰ ਕੁਛ ਨਹੀਂ ਸਾਨੂੰ ਚਾਹੀਦਾ। ਮਹਾਰਾਜ ਮੇਰਾ ਚਿੱਤ ਰੂਪੀ ਬਬੀਹਾ ਇਹ ਬਾਰ-ਬਾਰ ਰੱਟ ਲਾ ਰਿਹਾ ਹੈ, ਬਾਰ-ਬਾਰ ਆਪਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਨੂੰ ਮੰਗ ਰਿਹਾ ਹੈ। ਕਦੋਂ ਮਹਾਰਾਜ ਆਪਦੇ ਦਰਸ਼ਨਾਂ ਰੂਪੀ ਸਵਾਂਤੀ ਬੂੰਦ ਮੇਰੇ ਚਿੱਤ ਰੂਪੀ ਬਬੀਹੇ ਨੂੰ ਪ੍ਰਾਪਤ ਹੋਵੇਗੀ। ਜਿਉ ਪਤੰਗ ਸਨੇਹ ਕੀ ਡੋਰ ਬੰਦਾ। ਹੁਣ ਦੂਸਰਾ ਪ੍ਰਮਾਣ ਦਿੰਦੇ ਐ
ਕਹਿੰਦੇ ਜਿਵੇਂ ਪਤੰਗ ਜਿਹੜਾ ਪਤੰਗਾ ਹੁੰਦਾ ਨਾ, ਉਹ ਸਨੇਹ ਦੀ ਪ੍ਰੇਮ ਦੀ ਡੋਰ ਦੇ ਅੰਦਰ ਬੱਝਾ ਹੋਇਆ। ਡਗ ਡੋਰ ਸੋ ਲੇਹ ਮਿਲਾਈ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਉਹ ਲਾਟ ਤੇ ਆ ਕਰਕੇ ਆਪਣਾ ਆਪ ਭੇਟ ਕਰ ਦਿੰਦਾ ਹੈ ਨਾ, ਇਉਂ ਸੱਚੇ ਪਾਤਸ਼ਾਹ ਮੈਨੂੰ ਪਤੰਗੇ ਵਾਲੀ ਪ੍ਰੀਤ ਬਖਸ਼ੋ ਗਰੀਬ ਨਿਵਾਸ ਸੱਚੇ ਪਾਤਸ਼ਾਹ। ਜਿਹੜੀ ਅੰਦਰੋਂ ਡਾਵਾਂ ਡੋਲ ਹਾਲਤ ਹੈ ਨਾ, ਉਹ ਮਹਾਰਾਜ ਮੇਰੀ ਗਵਾ ਦਿਓ ਸੱਚੇ ਪਾਤਸ਼ਾਹ। ਪਤੰਗੇ ਵਰਗੀ ਪ੍ਰੀਤ ਮਹਾਰਾਜ ਸਾਡੇ ਅੰਦਰ ਸਰਜੀਤ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਧਰਮ ਤੋਂ ਆਪਾ ਵਾਰਨ ਲਈ ਸਾਡਾ ਮਨ ਕਿਤੇ ਸੰਕੋਚ ਨਾ ਕਰੇ। ਡਾਵਾਂ ਡੋਲ ਜਿਹੜੀ ਅਵਸਥਾ ਹੈ ਨਾ ਸੱਚੇ ਪਾਤਸ਼ਾਹ, ਇਹਨੂੰ ਆਪ ਨਾਸ਼ ਕਰ ਦਿਓ। ਸਿੰਧ ਹੁਤਾਸਨ ਹੈ ਭਵ ਕੀ ਗਤ। ਇਹ ਭਵ ਕੀ ਗਤ ਜਿਹੜੀ ਸੰਸਾਰ ਦੀ ਗਤ ਹਾਲਤ ਹੈ, ਇਹ ਤਾਂ ਮਹਾਰਾਜ ਅੱਗ ਦੇ ਸਮੁੰਦਰ ਵਰਗੀ ਹੈ। ਹੁਣ ਕਵੀਰਾਜ ਬੇਨਤੀ ਕਰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਮਹਾਰਾਜ ਇਹ ਸੰਸਾਰ ਦੀ ਹਾਲਤ ਤਾਂ ਮਹਾਰਾਜ ਅੱਗ ਦੇ ਸਮੁੰਦਰ ਵਰਗੀ ਹੈ। ਮੋਹ ਮਾਇਆ ਕਰ ਲੇਹੋ ਬਚਾਈ। ਮਹਾਰਾਜ ਮੈਨੂੰ ਆਪਣੀ ਮਾਇਆ ਕਿਰਪਾ ਕਰਕੇ ਸੱਚੇ ਪਾਤਸ਼ਾਹ ਇਸ ਅੱਗ ਦੇ ਸਮੁੰਦਰ ਤੋਂ ਬਚਾ ਲਓ। ਸੱਚੇ ਪਾਤਸ਼ਾਹ ਦੇ ਅੰਦਰ ਤ੍ਰਿਸ਼ਨਾ ਦੀਆਂ ਲਹਿਰਾਂ ਉੱਠਦੀਆਂ ਗਰੀਬ ਨਿਵਾਸ ਸੱਚੇ ਪਾਤਸ਼ਾਹ। ਇਹ ਅਗਨੀ ਦਾ ਸਮੁੰਦਰ ਹੈ ਸੰਸਾਰ। ਆਪ ਕਿਰਪਾ ਕਰਕੇ ਆਪਣੀ ਮਿਹਰ ਕਰਕੇ ਸੱਚੇ ਪਾਤਸ਼ਾਹ ਮੈਨੂੰ ਬਚਾ ਲਵੋ, ਮੇਰੀ ਰੱਖਿਆ ਕਰੋ। ਕਬਿਤ ਦਊ ਕਰ ਬੰਦ ਕਰ ਬੰਦਤ ਗੋਬਿੰਦ ਸਿੰਘ। ਦੋਵੇਂ ਹੱਥ ਜੋੜ ਕਰਕੇ ਕਵੀਰਾਜ ਕਹਿੰਦੇ ਮੈਂ ਬੰਦਨਾ ਕਰਦਾ ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਚਰਨਾਂ ਤੇ। ਦੇਤ ਹੈ ਆਨੰਦ ਸੁਖ ਕੰਦ ਅਗ ਮੰਦ ਹੀ। ਸੱਚੇ ਪਾਤਸ਼ਾਹ ਜੀ ਦੇ ਚਰਨ ਆਤਮਕ ਆਨੰਦ ਨੂੰ ਦੇਣ ਵਾਲੇ ਹੈ, ਹਿਰਦੇ ਦੇ ਅੰਦਰ ਆਤਮਕ ਸੁੱਖ ਨੂੰ ਦੇਣ ਵਾਲੇ ਹੈ। ਫਿਰ ਪੜ੍ਹਦੇ ਹੋ। ਦੇਤ ਹੈ ਆਨੰਦ ਸੁਖ ਕੰਦ ਅਗ ਮੰਦ ਹੀ। ਤੇ ਅਗ ਪਾਪਾਂ ਨੂੰ ਨਾਸ਼ ਕਰਨ ਵਾਲੇ ਹੈ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ। ਐਸੇ ਪਵਿੱਤਰ ਚਰਨਾਂ ਨੂੰ ਜਿਹੜੇ ਸੁੱਖ ਦਿੰਦੇ ਹੈ ਅਤੇ ਇਸ ਪ੍ਰਕਾਰ ਆਨੰਦ ਦਿੰਦੇ ਆਤਮਾ ਦਾ, ਐਸੇ ਚਰਨਾਂ ਤੇ ਮੇਰੀ ਨਮਸਕਾਰ ਹੈ। ਸਿਆਲ ਤੇ ਮ੍ਰਿਗਿੰਦ ਪਟ ਬੀਜਨੇ ਦਨਿੰਦ ਕਰੇ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਿਆਲ, ਫਿਰ ਪੜੋ। ਸਿਆਲ ਤੇ ਮ੍ਰਿਗਿੰਦ ਪਟ ਬੀਜਨੇ ਦਨਿੰਦ ਕਰੇ। ਸਿਆਲ ਤੇ ਮਰਗਿੰਦ, ਸਿਆਲ ਗਿੱਦੜਾਂ ਤੋਂ ਮਰਗਿੰਦ ਸ਼ੇਰ ਬਣਾ ਦਿੱਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ। ਐਸੀ ਕਿਰਪਾ ਕੀਤੀ ਗਰੀਬ ਨਿਵਾਜ ਸਤਿਗੁਰਾਂ ਜੀ ਨੇ। ਜਦੋਂ ਖੰਡੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਦੋਂ ਸਤਿਗੁਰਾਂ ਜੀ ਨੇ ਵਾਕ ਕਹੇ ਸੀਗੇ कि चिड़ियों से मैं बाज तड़ाऊं, 1.25 लाख से एक लड़ाऊं। ये सतगुरां जी दे कहे हुए बचन सी कि गिद्दड़ों से मैं शेर बनाऊं, गिद्दड़ा तो मैं शेर बना देंगा। अमृत दी दात दे के सच्चे पातशाह जी महाराज ने गिद्दड़ा तो शेर बना दिते। ते जिहड़े पट बीजन कहंदे, पट बीजना कहंदे टटैणे नूं, ਜਿਹੜੇ ਟਟਹਿਣਿਆਂ ਦੀ ਤਰ੍ਹਾਂ ਕਮਜ਼ੋਰ ਸਨ, ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੇ ਬਖਸ਼ਿਸ਼ ਕੀਤੀ। ਇਸੇ ਪ੍ਰਕਾਰ ਹੀ ਸਿਆਲ ਤੇ ਮ੍ਰਿਗਿੰਦ ਪਟ ਬੀਜਨੇ ਦਨਿੰਦ ਕਰੇ। ਦਨਿੰਦ ਕਰੇ, ਦਿਨ ਦਾ ਇੰਦਰ ਰਾਜਾ ਕੌਣ ਹੈ? ਸੂਰਜ। ਉਹਨਾਂ ਨੂੰ ਸੂਰਜ ਵਰਗੇ ਪ੍ਰਤਾਪੀ ਬਣਾ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਜਿਹੜੇ ਕੋਈ ਟਟਹਿਣਿਆਂ ਦੀ ਤਰ੍ਹਾਂ ਥੋੜੀ ਥੋੜੀ ਰੋਸ਼ਨੀ ਕਰਨਾ ਜਾਣਦੇ ਸੀਗੇ, ਬੜੇ ਕਮਜ਼ੋਰ ਸੀਗੇ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸੂਰਜਵਤ ਪ੍ਰਤਾਪੀ ਕਰ ਦਿੱਤਾ। ਕੀਟ ਤੇ ਗਜਿੰਦ ਪੰਥ ਦਇਓ ਗਤ ਵੰਦ ਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਕਿ ਕੀੜੀ ਤੋਂ ਹਾਥੀ ਵਰਗੀ ਸਮਰੱਥਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੀ। ਕੀੜੀਆਂ ਤੋਂ ਹਾਥੀ ਬਣਾ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਅਤੇ ਇਉਂ ਇਸੇ ਪ੍ਰਕਾਰ ਹੀ ਕੀਟ ਤੇ ਗਜਿੰਦ ਪੰਥ ਦਇਓ ਗਤ ਵੰਦ ਹੀ। ਮਹਾਰਾਜ ਨੇ ਮੁਕਤੀ ਵਾਲਾ ਪੰਥ ਰਸਤਾ ਜਿਹੜਾ ਸੀ ਨਾ, ਉਹ ਸੰਸਾਰ ਨੂੰ ਦੇਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਹਜੂਰ ਜੋਤੀ ਜੋਤ ਸਮਾਏ ਤੇ ਉਦੋਂ ਵੀ ਇਹ ਵਾਕ ਕਹਿ ਕੇ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਇਹ ਜਿਹੜਾ ਮੁਕਤੀ ਦਾ ਪੰਥ ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਜਦੋਂ ਆਗਿਆ ਹੋਈ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ, ਉਦੋਂ ਆ ਕਰਕੇ ਅਸੀਂ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਚਲਾਉਣਾ ਕੀਤਾ ਹੈ। ਇਹ ਮਹਾਰਾਜ ਨੇ ਮੁਕਤੀ ਵਾਲਾ ਪੰਥ ਪ੍ਰਗਟ ਕੀਤਾ। ਜੋ ਖਾਲਸਾ ਪੰਥ ਪ੍ਰਗਟ ਕੀਤਾ ਹੈ ਨਾ, ਇਹ ਮੁਕਤੀ ਦਾ ਦੇਣ ਵਾਲਾ ਰਸਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਪ੍ਰਗਟ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ ਗਰੀਬ ਨਵਾਜ ਨੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਸਾਨੂੰ ਹੁਕਮ ਹੋਇਆ ਕਿ ਜਾਹੇ ਤਹਾਂ ਤੁਰ ਧਰਮ ਚ ਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੈ।
ਇਸ ਕਰਕੇ ਵਾਹਿਗੁਰੂ ਦੀ ਆਗਿਆ ਵਿੱਚ ਅਸੀਂ ਇਹ ਪੰਥ ਪ੍ਰਗਟ ਕੀਤਾ ਹੈ। ਕਵਿਰਾਜ ਕਹਿੰਦੇ ਧੰਨ ਸੱਚੇ ਪਾਤਸ਼ਾਹ ਆਪ ਨੇ ਸਿੱਧਾ ਮੁਕਤੀ ਦਾ ਪੰਥ ਰਸਤਾ ਜਿਹੜਾ ਉਹ ਸੰਸਾਰ ਨੂੰ ਦੇਣਾ ਕੀਤਾ ਏ। ਮਸ਼ਕਾ ਖਗਿੰਦ ਜਿਨ ਕਾਕ ਤੇ ਮਰਾਲ ਬ੍ਰਿੰਦ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਜਿਹੜੇ ਮੱਛਰ ਵਰਗੇ ਕਮਜ਼ੋਰ ਸਨ ਉਹਨਾਂ ਨੂੰ ਖਗਿੰਦ ਗਰੜ ਵਰਗੇ ਬਲਵਾਨ ਬਣਾ ਦਿੱਤਾ। ਤੇ ਇਸ ਪ੍ਰਕਾਰ ਜਿਨ ਕਾਕ ਤੇ ਮਰਾਲ ਬ੍ਰਿੰਦ। ਤੇ ਜਿਨ੍ਹਾਂ ਨੇ ਐਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਕਾਮਾਂ ਤੋਂ ਇਸ ਪ੍ਰਕਾਰ ਮਰਾਲ ਹੰਸ ਜਿਹੜੇ ਸੀ ਉਹ ਬਣਾ ਦਿੱਤਾ। ਰੰਕ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ। ਜਿਹੜੇ ਕੰਗਾਲ ਸੀ ਉਹਨਾਂ ਨੂੰ ਸੱਚੇ ਪਾਤਸ਼ਾਹ ਆਪਣੇ ਰਾਜੇ ਬਣਾ ਦਿੱਤਾ। ਐਸੇ ਮੁਕਤੀ ਦਾਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ। ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸਾ ਸੁੰਦਰ ਮੁਖਾਰ ਬਿੰਦ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸੋਭਦਾ ਏ। ਹੀਨ ਜੇ ਕਲੰਕ ਤਉ ਸਮਾਨ ਹੋਤ ਚੰਦ ਹੀ। ਜੇ ਕਹਿੰਦੇ ਚੰਦਰਮਾ ਕਲੰਕ ਤੋਂ ਹੀਣਾ ਹੁੰਦਾ ਤਾਂ ਫਿਰ ਬਰਾਬਰਤਾ ਦੇ ਦਿੰਦੇ ਕਿ ਮਹਾਰਾਜ ਦਾ ਮੁਖੜਾ ਚੰਦ ਵਰਗਾ ਸੋਭਾ ਪਾ ਰਿਹਾ ਹੈ। ਪਰ ਕਹਿੰਦੇ ਪਾ ਹੀ ਨਹੀਂ ਨਾ ਸਕਦਾ ਚੰਦਰਮਾ ਵੀ ਬਰਾਬਰਤਾ, ਕਿਉਂਕਿ ਚੰਦਰਮਾ ਕਲੰਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਲੰਕ ਹਨ, ਕਲੰਕਾਂ ਨੂੰ ਧੋ ਦੇਣ ਵਾਲੇ ਹਨ। ਇੱਕ ਬਿੱਤ ਫਿਰ ਆਰੰਭ ਤੋਂ ਪੜੋ। ਕਬਿਤ ਦੋ ਕਰ ਬੰਦਤ ਗੋਬਿੰਦ ਸਿੰਘ। ਦੋਵੇਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਹੈ, ਨਮਸਕਾਰ ਹੈ। ਦੇਤ ਹੈ ਆਨੰਦ ਸੁਖ ਕੰਦ ਅਗ ਮੰਦ ਹੀ। ਸੱਚੇ ਪਾਤਸ਼ਾਹ ਦਿੰਦੇ ਨੇ ਆਨੰਦ ਆਤਮਾ ਦਾ, ਅਤੇ ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਦੇ ਸੁੱਖਾਂ ਨੂੰ ਵੀ ਦੇਣ ਵਾਲੇ ਐ, ਪਰਲੋਕ ਦੇ ਸੁੱਖਾਂ ਨੂੰ ਦੇਣ ਵਾਲੇ, ਐਸਾ ਫਲ ਦੇਣ ਵਾਲੇ ਅਤੇ ਪਾਪਾਂ ਦੇ ਨਾਸ਼ਕ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਿਆਲ ਤੇ ਮਰਗਿੰਦ ਪਟ ਬੀਜਨੇ ਦਨਿੰਦ ਕਰੇ। ਸਿਆਲ ਕਹਿੰਦੇ ਗਿੱਦੜ ਜਿਹੜੇ ਕਾਇਰ ਲੋਕ ਸਨ, ਗਿੱਦੜਾਂ ਦੀ ਤਰ੍ਹਾਂ ਕਮਜ਼ੋਰ ਸਨ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਸ਼ੇਰਾਂ ਦੀ ਤਰ੍ਹਾਂ ਦਲੇਰ ਬਣਾ ਦਿੱਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ। ਇਸ ਪ੍ਰਕਾਰ ਜਿਹੜੇ ਕਮਜ਼ੋਰ ਸਨ, ਲਾੜੀ ਨਹੀਂ ਸਨ ਸਕਦੇ, ਗਿੱਦੜਾਂ ਦੀ ਤਰ੍ਹਾਂ ਕਾਇਰਾਂ ਵਾਂਗੂ ਭੱਜ ਜਾਣ ਵਾਲੇ, ਸਤਿਗੁਰਾਂ ਜੀ ਨੇ ਖੰਡੇ ਦਾ ਅੰਮ੍ਰਿਤ ਬਖਸ਼ ਕਰਕੇ ਉਹਨਾਂ ਨੂੰ ਐਸੇ ਦਲੇਰ ਬਣਾ ਦਿੱਤਾ, ਬਲਵਾਨ ਕਰ ਦਿੱਤਾ। ਸ਼ੇਰਾਂ ਦੀ ਤਰ੍ਹਾਂ ਜ਼ੁਲਮ ਦੇ ਨਾਲ ਭਿੜ ਗਏ, ਜ਼ੁਲਮ ਨੂੰ ਨਾਸ਼ ਕਰ ਦਿੱਤਾ। ਇਉਂ ਬਲ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਸੇ ਪ੍ਰਕਾਰ ਹੀ ਸਿਆਲ ਤੇ ਮਰਗਿੰਦ ਪਟ ਬੀਜਨੇ ਦਨਿੰਦ ਕਰੇ। ਜਿਹੜੇ ਪਟ ਬੀਜਨੇ ਭਾਵ ਟਟਹਿਣੇ ਦੀ ਨਿਆਈ, ਥੋੜੀਆਂ ਸ਼ਕਤੀਆਂ ਕੋ ਪਾ ਕੇ ਥੋੜਾ ਕੋਈ ਇਸ ਪ੍ਰਕਾਰ ਜਿਹੜਾ ਸੀ ਰਿੱਧੀ ਸਿੱਧੀ ਪਾ ਕਰਕੇ ਸੰਸਾਰ ਨੂੰ ਆਪਣਾ ਪ੍ਰਤਾਪ ਦਿਖਾ ਰਹੇ ਸੀ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਝੂਠੇ ਪ੍ਰਤਾਪ ਦਿਖਾਉਣ ਤੋਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਐਸਾ ਰਸਤਾ ਵਿਖਾਇਆ ਕਿ ਅੰਦਰ ਆਤਮਾ ਦੇ ਆਨੰਦ ਦਾ ਪ੍ਰਕਾਸ਼ ਕਰ ਦਿੱਤਾ ਸੂਰਜ ਵੱਤ। ਉਹ ਜਾਣ ਗਏ ਕਿ ਝੂਠੀਆਂ ਵਡਿਆਈਆਂ ਸੰਸਾਰ ਦੀਆਂ ਨਾਸ਼ਵੰਤ ਹਨ। ਟਟਹਿਣਿਆਂ ਦੀ ਨਿਆਈ ਜਿਹੜੇ ਇਸ ਪ੍ਰਕਾਰ ਸੰਸਾਰ ਨੂੰ ਪ੍ਰਭਾਵ ਦਿਖਾਉਣ ਵਾਲੇ ਸੀ, ਜਾਂ ਥੋੜੀਆਂ ਸ਼ਕਤੀਆਂ ਪ੍ਰਾਪਤ ਕਰਕੇ ਤੇ ਆਪਣੇ ਆਪ ਵਿੱਚ ਮਾਣ ਕਰਨ ਵਾਲੇ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਉੱਤੇ ਵੀ ਬਖਸ਼ਿਸ਼ ਕੀਤੀ। ਉਹਨਾਂ ਨੂੰ ਆਤਮਕ ਆਨੰਦ ਦਾ ਜਿਹੜਾ ਸੂਰਜ ਸੀ ਪ੍ਰਕਾਸ਼, ਉਹ ਬਖਸ਼ਿਸ਼ ਕੀਤਾ। ਕੀਟ ਤੇ ਗਜਿੰਦ ਪੰਥ ਦਇਓ ਗਤ ਵੰਦ ਹੀ। ਸੱਚੇ ਪਾਤਸ਼ਾਹ ਜੀ ਨੇ ਜਿਹੜੇ ਕੀੜੀ ਵਾਂਗੂ ਕਮਜ਼ੋਰ ਸਨ, ਕੁਝ ਵੀ ਨਹੀਂ ਸੀ ਕਰ ਸਕਦੇ, ਉਹਨਾਂ ਨੂੰ ਹਾਥੀ ਵਰਗੀ ਮਹਾਰਾਜ ਨੇ ਸਮਰੱਥਾ ਬਖਸ਼ਿਸ਼ ਕਰ ਦਿੱਤੀ। ਇਹੋ ਜਿਹਾ ਨਵਾਂ ਪੰਥ ਜਿਹੜਾ ਸੀ ਮੁਕਤੀ ਦਾ ਰਸਤਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਦੇਣਾ ਕੀਤਾ। ਮਸ਼ਕਾ ਖਗਿੰਦ ਜਿਨ ਕਾਕ ਤੇ ਮਰਾਲ ਬ੍ਰਿੰਦ। ਜਿਹੜੇ ਮੱਛਰ ਵਰਗੇ ਐ, ਬਿਲਕੁਲ ਸੰਸਾਰ ਦੇ ਅੰਦਰ ਅਣਹੋਏ ਐ, ਭਾਵ ਕੋਈ ਤਾਕਤ ਨਹੀਂ, ਕੋਈ ਜ਼ੋਰ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਗਰੜ ਵਰਗੀ ਉਡਾਰੀ ਭਰਨ ਦੀ ਬਖਸ਼ਿਸ਼ ਕਰ ਦਿੱਤੀ, ਕਿਉਂਕਿ ਮੱਛਰ ਕੀ ਉੱਡ ਸਕਦਾ ਹੈ ਖਗਿੰਦ ਗਰੜ ਦੇ ਬਰਾਬਰ। ਤੇ ਜਿਹੜੇ ਇਸ ਪ੍ਰਕਾਰ ਥੋੜੀਆਂ ਹੀ ਉਡਾਰੀਆਂ ਲਾਉਣ ਜਾਣਦੇ ਸੀ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਤਮਕ ਉਡਾਰੀ ਦਾ ਆਨੰਦ ਬਖਸ਼ਿਸ਼ ਕੀਤਾ। ਗਰੜ ਵਰਗੇ ਸੱਚੇ ਪਾਤਸ਼ਾਹ ਨੇ ਸਮਰੱਥ ਬਣਾ ਦਿੱਤੇ। ਵਕਾਰਾਂ ਰੂਪੀ ਜ਼ਹਿਰ ਨੂੰ ਨਾਸ਼ ਕਰਨ ਦੇ ਸਮਰੱਥ ਸਤਿਗੁਰਾਂ ਜੀ ਨੇ ਕਰ ਦਿੱਤੇ। ਰੰਕ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ। ਫੇਰ ਪੜੋ ਪਿਛਲੀ। ਮਸ਼ਕਾ ਖਗਿੰਦ ਜਿਨ ਕਾਕ ਤੇ ਮਰਾਲ ਬ੍ਰਿੰਦ। ਤੇ ਫਿਰ ਕਾਂ ਕੌਣ ਹਨ? ਕਾਵਾਂ ਦੀ ਨਿਆਈ ਉਹ ਜਿਹੜੇ ਪਾਪੀ ਲੋਕ ਹੈ, ਨਿੰਦਾ ਰੂਪੀ ਵਿਸ਼ਟਾ ਨੂੰ ਖਾਂਦੇ ਐ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੇਖੋ
ਇਹ ਤਾਂ ਮਹਾਰਾਜ ਜੀ ਦੀ ਵਡਿਆਈ ਹੈ ਨਾ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਇਆ ਤਾਂ ਮਹਾਰਾਜ ਜੀ ਨੇ ਉਹਨਾਂ ਪਾਪੀਆਂ ਨੂੰ ਵੀ ਸੰਤ ਬਣਾ ਦਿੱਤਾ ਜਿਹੜੇ ਨਖਿੱਧ ਲੋਕ ਸੀ। ਇਸ ਪ੍ਰਕਾਰ ਵਿਸ਼ਟਾ ਰੂਪੀ ਜਿਹੜੀ ਹੈ ਨਿੰਦਾ ਕਰਨ ਰੂਪੀ ਵਿਸ਼ਟਾ ਹੀ ਖਾਂਦੇ ਸੀਗੇ, ਇਉਂ ਕਾਵਾਂ ਦੇ ਵਰਗੇ ਜਿਹੜੇ ਪਾਪੀ ਸਨ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹੰਸਾਂ ਵਰਗੇ ਮਹਾਨ ਉੱਤਮ ਬਣਾ ਦਿੱਤਾ, ਆਤਮਿਕ ਗਿਆਨੀ ਬਣਾ ਦਿੱਤਾ, ਨਾਮ ਦੀ ਖੁਰਾਕ ਛਕਣ ਵਾਲੇ ਸਤਿਗੁਰਾਂ ਜੀ ਨੇ ਬਣਾ ਦਿੱਤੇ। ਰੰਕ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ। ਐਸੇ ਮੁਕਤੀ ਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਨਮਸਕਾਰ ਹੈ, ਜਿਨ੍ਹਾਂ ਨੇ ਕੰਗਾਲਾਂ ਨੂੰ ਰਾਜੇ ਬਣਾ ਦਿੱਤਾ। ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ। ਸੁੰਦਰ ਸਤਿਗੁਰੂ ਜੀ ਦਾ ਮੁਖਾਰ ਬਿੰਦ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆ ਬੜਾ ਹੀ ਸ਼ੋਭਾ ਪਾਉਂਦਾ ਏ। ਹੀਨ ਜੇ ਕਲੰਕ ਤਾਂ ਉਸਮਾਨ ਹੋਤ ਚੰਦ ਹੀ। ਜੇ ਚੰਦਰਮਾ ਕਲੰਕ ਤੋਂ ਹੀਣਾ ਹੁੰਦਾ ਨਾ ਤਾਂ ਮਹਾਰਾਜ ਦੇ ਦਰਸ਼ਨਾਂ ਦੀ ਬਰਾਬਰਤਾ ਪਾ ਲੈਂਦਾ। ਕਿਹਾ ਜਾ ਸਕਦਾ ਸੀ ਕਿ ਚੰਦਰਮਾ ਵਰਗਾ ਮੁਖ ਵੈ ਸਤਿਗੁਰਾਂ ਜੀ ਦਾ, ਪਰ ਕਹਿੰਦੇ ਚੰਦਰਮਾ ਤਾਂ ਹੁਣ ਕਲੰਕ ਦੇ ਸਹਿਤ ਹੈ, ਕਿਵੇਂ ਸਤਿਗੁਰਾਂ ਜੀ ਦੇ ਸ਼ੋਭਾ ਦੀ ਜਿਹੜੀ ਹੈ ਬਰਾਬਰਤਾ ਪਾ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਮੁਖੜਾ ਜਿਹੋ ਜਿਹਾ ਸ਼ੋਭਦਾ ਹੈ, ਉਹ ਤਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਇਹੋ ਜਿਹਾ ਸ਼ੋਭਦਾ ਹੋਇਆ ਮੁਖੜਾ ਜਿਨ੍ਹਾਂ ਨੇ ਵੇਖਿਆ ਉਹੋ ਹੀ ਜਾਣਦੇ ਹਨ ਉਸ ਸ਼ੋਭਾ ਦੇ ਤਾਈਂ। ਕਬਿਤ ਤੋਸੋ ਨਹੀਂ ਦਾਤਾ ਕੋ। ਇਸ ਪ੍ਰਕਾਰ ਹੁਣ ਕਵਿਰਾਜ ਜੀ ਬੇਨਤੀ ਕਰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹੁਤ ਨਿਮਰਤਾ ਪੂਰਵਕ। ਇਹ ਕਬਿਤ ਇਹੋ ਜਿਹਾ ਕਵਿਰਾਜ ਨੇ ਸਰਲ ਰਚਿਆ। ਤਕਰੀਬਨ ਬਹੁਤ ਸਾਰੇ ਗੁਰਮੁਖ ਜਿਹੜੇ ਆ ਇਸ ਕਬਿਤ ਨੂੰ ਅਰਦਾਸ ਰੂਪ ਵਿੱਚ ਪੜ੍ਹਦੇ ਆ ਸਤਿਗੁਰਾਂ ਜੀ ਦੇ ਚਰਨਾਂ ਦੇ ਅੰਦਰ। ਕੀ ਬੇਨਤੀ ਕਰਦੇ ਆ ਕਵਿਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਨਮੁਖ ਇਉਂ ਕਹਿੰਦੇ ਹਨ। ਤੋਸੋ ਨਹੀਂ ਦਾਤਾ ਕੋ। ਮਹਾਰਾਜ ਤੁਹਾਡੇ ਵਰਗਾ ਸੱਚੇ ਪਾਤਸ਼ਾਹ ਕੋਈ ਦਾਤਾ ਨਹੀਂ ਹੈ। ਮੋਸੋ ਨਾ ਭਿਖਾਰੀ ਦੀਨ। ਮਹਾਰਾਜ ਮੇਰੇ ਵਰਗਾ ਕੋਈ ਦੀਨ ਗਰੀਬ ਕੰਗਾਲ ਭਿਖਾਰੀ ਨਹੀਂ ਹੈ। ਮਹਾਰਾਜ ਆਪ ਵਰਗਾ ਕੋਈ ਦਾਤਾਂ ਦੇ ਦੇਣ ਵਾਲਾ ਦਾਤਾ ਨਹੀਂ ਹੈ। ਤੋਸੋ ਨਾ ਦਇਆਲ। ਮਹਾਰਾਜ ਆਪ ਜੀ ਵਰਗਾ ਕੋਈ ਦਿਆਲੂ ਨਹੀਂ। ਦੁਖੀ ਮੋਸੋ ਨਾ ਅਲਾਈਏ। ਮੇਰੇ ਵਰਗਾ ਮਹਾਰਾਜ ਕੋਈ ਦੁਖੀ ਨਹੀਂ ਕਿਹਾ ਜਾ ਸਕਦਾ। ਸਾਰੇ ਦੁੱਖ ਮਹਾਰਾਜ ਮੈਨੂੰ ਹੀ ਜਿਵੇਂ ਚਿੰਬੜੇ ਹੋਏ ਆ, ਇਉਂ ਮੇਰੇ ਵਰਗਾ ਦੁਖੀ ਕੀ ਕਿਹਾ ਜਾਣਾ ਹੈ। ਮੇਰੇ ਵਰਗਾ ਕੋਈ ਦੁਖੀ ਨਹੀਂ ਹੈ। ਮੋਸੋ ਨਹੀਂ ਕ੍ਰਿਤ ਘਨ। ਫਿਰ ਮਹਾਰਾਜ ਮੇਰੇ ਵਰਗਾ ਕੋਈ ਅਕਿਰਤ ਘਣ ਵੀ ਨਹੀਂ ਸੱਚੇ ਪਾਤਸ਼ਾਹ। ਆਪਦੇ ਕੀਤੇ ਹੋਏ ਨੂੰ ਨਹੀਂ ਜਾਣਿਆ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਇੰਨੇ ਉਪਕਾਰ ਕੀਤੇ, ਸਰਬੰਸ ਵਾਰ ਕੇ ਸੱਚੇ ਪਾਤਸ਼ਾਹ ਸਾਨੂੰ ਆਪਣੇ ਗਲ ਲਾਇਆ, ਅੰਮ੍ਰਿਤ ਦੀ ਦਾਤ ਦਿੱਤੀ। ਇਹ ਸੱਚੇ ਪਾਤਸ਼ਾਹ ਕਿਰਤ ਕਹਾਣੀਆਂ ਨਾ ਕਿ ਆਪ ਜੀ ਦੇ ਕੀਤੇ ਉਪਕਾਰਾਂ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ। ਮੇਰੇ ਵਰਗਾ ਮਹਾਰਾਜ ਅਕਿਰਤ ਘਣ ਕੋਈ ਨਹੀਂ ਹੈ। ਤੋਸੋ ਉਪਕਾਰੀ ਨਾਹੇ। ਮਹਾਰਾਜ ਆਪ ਜੀ ਵਰਗਾ ਉਪਕਾਰੀ ਨਹੀਂ ਕੋਈ, ਕਿਉਂਕਿ ਅਕਿਰਤ ਘਣਾ ਨੂੰ ਵੀ ਮਹਾਰਾਜ ਬਖਸ਼ ਲੈਂਦੇ ਹੋ। ਸੱਚੇ ਪਾਤਸ਼ਾਹ ਕਿਰਤ ਘਣਾ ਹਰ ਪਾਲਦਾ, ਪ੍ਰਭ ਨਾਨਕ ਸਦ ਬਖਸ਼ੰਦ। ਇਹੋ ਜਿਹਾ ਸਰੂਪ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਜੀ ਦਾ। ਆਪ ਜੀ ਵਰਗਾ ਕੋਈ ਉਪਕਾਰੀ ਨਹੀਂ ਸੱਚੇ ਪਾਤਸ਼ਾਹ। ਮੇਰੇ ਵਰਗਾ ਕੋਈ ਅਕਿਰਤ ਘਣ ਨਹੀਂ ਲੱਭਣਾ। ਮੋਸੋ ਨਾ ਅਨਾਥ। ਮੇਰੇ ਵਰਗਾ ਬੇਆਸਰਾ ਕੋਈ ਨਹੀਂ, ਫਿਰ ਨਿਖਸਮਾ ਕੋਈ ਨਹੀਂ ਹੈ। ਨਾਥ ਤੋਸੋ ਨਾ ਬਤਾਈਏ। ਤੇ ਆਪ ਜੀ ਵਰਗਾ ਕੋਈ ਮਾਲਕ ਨਹੀਂ ਕਿਹਾ ਜਾ ਸਕਦਾ। ਸੱਚੇ ਪਾਤਸ਼ਾਹ ਆਪ ਮਾਲਕ ਹੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਜੀ ਵਰਗਾ ਕੋਈ ਮਾਲਕ ਨਹੀਂ ਕਿਹਾ ਜਾਂਦਾ। ਔਗਣੀ ਨਾ ਮੋਸੋ ਕੋ। ਫਿਰ ਮਹਾਰਾਜ ਮੇਰੇ ਵਰਗਾ ਕੋਈ ਔਗਣਾ ਦਾ ਭਰਿਆ ਹੋਇਆ ਵੀ ਨਹੀਂ। ਇਹੋ ਜਿਹੇ ਔਗਣ ਹਨ ਮੇਰੇ ਅੰਦਰ ਕਿ ਗਿਣੇ ਨਹੀਂ ਜਾ ਸਕਦੇ। ਸਮੁੰਦਰ ਦਾ ਜਲ ਵੀ ਥੋੜਾ ਹੈ ਸੱਚੇ ਪਾਤਸ਼ਾਹ। ਸਮੁੰਦਰ ਦੇ ਜਲ ਤੋਂ ਵੀ ਵੱਧ ਔਗਣ ਹਨ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਇਹ ਵੀ ਮਹਾਰਾਜ ਹੈ ਤਾਂ ਜਲ ਜਿਹੜਾ ਸਮੁੰਦਰ ਵਿੱਚ ਘਿਰਿਆ ਹੀ ਹੋਇਆ ਹੈ ਨਾ, ਇਸ ਤੋਂ ਵੀ ਜ਼ਿਆਦਾ ਔਗਣ ਹਨ। ਮੇਰੇ ਵਰਗੇ ਔਗਣਾਂ ਵਾਲਾ ਨਹੀਂ ਕੋਈ ਲੱਭ ਸਕਦਾ। ਗੁਣਵਾਨ ਤੋਸੋ ਨਹੀਂ। ਮਹਾਰਾਜ ਆਪ ਜੀ ਵਰਗਾ ਕੋਈ ਗੁਣਾਂ ਦਾ ਦਾਤਾ ਨਹੀਂ ਹੈ। ਸੱਚੇ ਪਾਤਸ਼ਾਹ ਇੰਨੇ ਗੁਣ ਹਨ ਕਿ ਗਿਣੇ ਨਹੀਂ ਜਾ ਸਕਦੇ। ਗੁਣਾਂ ਦੇ ਸਿਰਜਣ ਵਾਲੇ ਉਹ ਗੁਣਾਂ ਦੇ ਦਾਤੇ ਹੋ। ਜਪ ਤਪ ਬ੍ਰਤ ਮੋਹ ਮੈਂ ਏਕ ਨਹਿ ਪਾਈਏ। ਮੇਰੇ ਵਿੱਚ ਤਾਂ ਮਹਾਰਾਜ ਨਾ ਕੋਈ ਮੈਂ ਜਪ ਕਰ ਸਕਿਆ, ਨਾ ਸੱਚੇ ਪਾਤਸ਼ਾਹ ਸੇਵਾ ਦਾ ਤਪ ਕਰ ਸਕਿਆ। ਕਵਿਰਾਜ ਜੀ ਨੇ ਕਿੱਡੀ ਵੱਡੀ ਸੇਵਾ ਕੀਤੀ ਹੈ, ਪਰ ਜਦੋਂ ਹਜ਼ੂਰ ਦੇ ਅੱਗੇ ਅਰਦਾਸ ਕਰੀਏ ਨਾ, ਇਹ ਸਿੱਖਾਂ ਦੀ ਭਾਵਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮੈਂ ਕੋਈ ਜਪ ਨਹੀਂ ਕਰ ਸਕਿਆ।
ਕਵੀਰਾਜ ਜੀ ਨੇ 5 ਸਾਲ ਲਗਾਤਾਰ ਗੁਰਮੰਤਰ ਦਾ ਜਾਪ ਕੀਤਾ ਸੀ। ਬਹੁਤ ਕਠਿਨ ਸਾਧਨਾ ਕੀਤੀ ਸੀਗੀ। ਜਦੋਂ ਇਸ ਕਥਾ ਦੇ ਲਿਖਣ ਦਾ ਕਵੀਰਾਜ ਨੇ ਕਾਰਜ ਆਰੰਭਿਆ ਹੈ ਤੋ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਿਮਰਤਾ ਨਾਲ ਬੇਨਤੀ ਕਰਦੇ ਆ। ਇਉਂ ਹੀ ਹਰੇਕ ਗੁਰਸਿੱਖ ਨੂੰ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਜੀ ਦੇ ਅੱਗੇ। ਤੇ ਇਉਂ ਕਵੀਰਾਜ ਫਰਮਾਉਂਦੇ ਹਨ, ਜਪ ਤਪ ਬ੍ਰਤ ਮੋਹ ਮੈਂ ਏਕ ਨਹਿ ਪਾਈਏ। ਮੇਰੇ ਵਿੱਚ ਤਾਂ ਮਹਾਰਾਜ ਇੱਕ ਵੀ ਨਹੀਂ ਪਾਇਆ ਜਾਂਦਾ। ਨਾ ਕੋਈ ਸੱਚੇ ਪਾਤਸ਼ਾਹ ਮੈਂ ਵਰਤ ਰੱਖਿਆ ਔਗਣਾ ਵੱਲੋਂ, ਤੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਜਪ ਕਰ ਸਕੇ ਆ, ਨਾ ਕੋਈ ਤਪ ਕਰ ਸਕੇ ਆ ਸੇਵਾ ਦਾ। ਕਬ ਆਇਓ ਹੈ ਸ਼ਰਨ। ਮਹਾਰਾਜ ਮੈਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ। ਗਹੇ ਧਾਏ ਕੈ ਚਰਨ। ਮਹਾਰਾਜ ਧਾ ਕੇ ਦੌੜ ਕੇ ਆਪ ਦੇ ਚਰਨ ਪਕੜ ਲਏ ਨੇ। ਗੁਰੂ ਤਾਰਨ ਤਰਨ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪ ਤਾਰਨ ਵਾਸਤੇ ਤਰਨ ਜਹਾਜ਼ ਦੀ ਨਿਆਈ ਹੋ। ਨਿਜ ਹੱਥ ਦੇ ਬਚਾਈਏ। ਤੇ ਆਪਣਾ ਹੱਥ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਸੇਵਕ ਜਾਣ ਕਰਕੇ ਬਚਾ ਲਓ। ਐਸੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ। ਮੈਨੂੰ ਹੋਰ ਕੋਈ ਆਸਰਾ ਨਹੀਂ ਮਹਾਰਾਜ ਆਪ ਜੀ ਤੋਂ ਬਿਨਾਂ। ਇਹ ਆਪਣੇ ਇਸ਼ਟਪਤੀ ਜਿਹੜਾ ਪਿਆਰ ਹੈ ਕਵੀਰਾਜ ਨੇ ਪ੍ਰਗਟ ਕੀਤਾ ਹੈ ਤੇ ਪ੍ਰਤੱਖ ਦੱਸਿਆ ਕਿ ਮੇਰੇ ਇਸ਼ਟ ਦੇਵ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਰਬੰਸਦਾਨੀ ਸਤਿਗੁਰੂ ਜੀ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਐਸੀ ਪ੍ਰੀਤ ਨਾਲ ਕਵੀਰਾਜ ਜੀ ਨੇ ਬੰਦਨਾ ਕੀਤੀ ਹੈ। ਸੱਚੇ ਪਾਤਸ਼ਾਹ ਜੀ ਤੋਂ ਅਸੀਂ ਵੀ ਅਰਦਾਸ ਕਰਕੇ ਗਰੀਬ ਨਵਾਜ਼ ਤੋਂ ਮੰਗੀਏ, ਮਹਾਰਾਜ ਹੋਰ ਕੋਈ ਆਸਰਾ ਨਹੀਂ ਮਹਾਰਾਜ, ਆਪਦੇ ਚਰਨਾਂ ਦਾ ਹੀ ਆਸਰਾ। ਕਿਰਪਾ ਕਰਕੇ ਮਹਾਰਾਜ ਸਾਡੀ ਰੱਖਿਆ ਕਰ ਲਓ। ਆਪਣੇ ਚਰਨਾਂ ਦੀ ਪ੍ਰੀਤ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੋ। ਅੱਗੇ ਜਿਵੇਂ ਸਤਿਗੁਰੂ ਜੀ ਦੀ ਹੋਰ ਉਸਤਤ ਕਰਨਗੇ, ਮਹਾਰਾਜ ਜੀ ਦੇ ਅੱਗੇ ਡੰਡੌਤ ਬੰਦਨਾ ਜਿਵੇਂ ਕਰਨਗੇ ਕਵੀਰਾਜ, ਹੋਰ ਸਰਵਣ ਕਰਾਂਗੇ।